ਓਕੇ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਨਵੇਂ ਲੈਕਚਰ ਦੇ ਨਾਲ ਹੈਗੇ ਹਾਂ। ਇਹ ਯੂਨਿਟ 2 ਕਲਾਸ 10th ਦਾ ਲੈਕਚਰ ਹੈ, ਰਾਈਟ। ਸੋ ਤੁਸੀਂ ਫਸਟ ਸਲਾਈਡ ਇੱਥੋਂ ਦੇਖ ਹੀ ਸਕਦੇ ਹੋ ਕਿ what is chapter name, right? It's etiquette and hospitable conduct. Now, before starting this, I just want to introduce myself. My name is Surinder Kumar, and right now I'm working in Government Senior Secondary School, Town Hall, Amritsar, as a vocational teacher of tourism and hospitality. ਤੇ ਕੁਆਲੀਫਿਕੇਸ਼ਨ 'ਚ ਮੈਂ ਮਾਸਟਰਸ ਇਨ ਟੂਰਿਜ਼ਮ ਮੈਨੇਜਮੈਂਟ ਕਰ ਚੁੱਕਿਆ ਹੋਇਆ ਅਤੇ ਕਾਫੀ ਦੇਰ ਦਾ ਇਸ ਚੀਜ਼ 'ਚ ਤਜਰਬਾ ਕਰ ਰਹੇ ਹਾਂ ਬੱਚਿਆਂ ਨਾਲ, ਇਸ ਨੌਲੇਜ ਨੂੰ ਸਾਂਝੀ ਕਰਕੇ। ਸੋ ਅੱਜ ਦੇ ਲੈਕਚਰ 'ਚ ਜੋ ਅਸੀਂ ਸਿੱਖਣ ਜਾ ਰਹੇ ਹਾਂ ਉਹ ਇਹੀ ਹੈ ਕਿ ਐਟੀਕੇਟ ਐਂਡ ਹੌਸਪੀਟੇਬਲ। ਥੋੜ੍ਹਾ ਜਿਹਾ ਇਹਦੇ ਤੋਂ ਪਹਿਲਾਂ ਮੈਂ ਇਹ ਵੀ ਦੱਸਣਾ ਚਾਹਾਂਗਾ, ਇਹ ਜਿਹੜਾ ਉਪਰਾਲਾ ਜਿਹੜਾ ਸਟਾਰਟ ਕੀਤਾ ਗਿਆ ਸਕਿੱਲ ਇੰਡੀਆ ਵੱਲੋਂ ਕੀਤਾ ਗਿਆ। ਸਕਿੱਲ ਇੰਡੀਆ ਇਸ ਚੀਜ਼ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਰਿਹਾ ਹੈ। ਜੋ ਤੁਸੀਂ ਅੱਜ ਦੇਖੋ ਕਿ ਇਸ ਪੈਂਡਮਿਕ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਅਟੈਚ ਰਹਿ ਕੇ ਵੀਡੀਓਜ਼ ਵਗੈਰਾ ਇਹ ਚੀਜ਼ਾਂ ਵੇਖ ਸਕਦੇ ਹੋ। ਅਤੇ ਸਕਿੱਲ ਇੰਡੀਆ ਜਿਵੇਂ ਕਿ ਸਕਿੱਲਜ਼ ਨੂੰ ਐਨਹਾਂਸ ਕਰਨਾ, ਠੀਕ ਹੈ, ਉਹ ਕਿਸੇ ਵੀ ਚੈਨਲ ਦੇ ਨਾਲ। ਸੋ ਇਹ ਸਾਰਾ ਹੀ ਉਪਰਾਲਾ ਸਕਿੱਲ ਇੰਡੀਆ ਵੱਲੋਂ, ਜੋ ਗਵਰਨਮੈਂਟ ਆਫ ਇੰਡੀਆ ਦੀ ਇੱਕ ਸ਼ਾਖਾ ਹੈਗੀ ਹੈ, ਉਹਦੇ ਵੱਲੋਂ ਸਟਾਰਟ ਕੀਤਾ ਗਿਆ। ਸੋ ਅੱਜ ਜੋ 10th ਕਲਾਸ ਦਾ ਜੋ ਯੂਨਿਟ 2 ਦਾ ਇੱਕ ਚੈਪਟਰ ਹੈਗਾ ਐਟੀਕੇਟ ਐਂਡ ਹੌਸਪੀਟੇਬਲ ਕੰਡਕਟ, ਅਤੇ ਸਪੈਸ਼ਲੀ FNB, ਇਹਦੇ ਉੱਤੇ ਅਸੀਂ ਅੱਜ ਨਿਗਾਹ ਮਾਰਾਂਗੇ ਕਿ ਇਹ ਕੀ ਚੀਜ਼ ਹੈ। ਬਿਲਕੁਲ ਬਰੀਫ ਤਰੀਕੇ ਦੇ ਨਾਲ ਤੁਸੀਂ ਮੇਰੇ ਨਾਲ ਜੁੜੇ ਰਹਿਣਾ। ਤਕਰੀਬਨ ਮੈਂ ਤੁਹਾਡਾ ਜਿਹੜਾ ਹੈ 30 ਮਿੰਟ ਲਊਂਗਾ, ਲੇਕਿਨ ਅਸੀਂ ਇਹਨੂੰ ਬਿਲਕੁਲ ਤਰੀਕੇ ਦੇ ਨਾਲ ਕਲੀਅਰ ਕਰ ਲਾਂਗੇ ਕਿ ਇਹ ਜਿਹੜਾ ਐਟੀਕੇਟ ਐਂਡ ਹੌਸਪੀਟੇਬਲ ਕੰਡਕਟ ਕੀ ਚੀਜ਼ ਹੈ। ਸੋ ਇਹਨੂੰ ਸਟਾਰਟ ਕਰਨ ਤੋਂ ਪਹਿਲਾਂ ਦੋ ਮੀਨਿੰਗ ਜਿਹੜੇ ਹੈ ਸਾਨੂੰ ਜ਼ਰੂਰੀ ਹੈ ਸਮਝਣਾ, ਕਿ ਪਹਿਲਾਂ ਤਾਂ ਐਟੀਕੇਟ ਕੀ ਹੁੰਦਾ ਹੈ, ਅਤੇ ਇੱਕ ਤਾਂ ਇਹ ਚੀਜ਼ ਸਾਨੂੰ ਸਮਝਣਾ ਜ਼ਰੂਰੀ ਹੈ। ਐਟੀਕੇਟ ਮੀਨਸ ਸਿਸ਼ਟਾਚਾਰ, ਰਾਈਟ, ਮੀਨਸ ਸਿਸ਼ਟਾਚਾਰ। ਐਂਡ ਵਟ ਇਜ਼ ਹੌਸਪੀਟੇਬਲ? ਹੌਸਪੀਟੇਬਲ ਮੀਨਸ ਉਹ ਅਸੀਂ ਅਗਲੀ ਸਲਾਈਡ ਤੋਂ ਸ਼ੁਰੂ ਕਰਦੇ ਹਾਂ। ਲੇਕਿਨ ਐਟੀਕੇਟਸ ਜਿਸ ਤਰ੍ਹਾਂ ਸਿਸ਼ਟਾਚਾਰਸ ਕੀ ਮਤਲਬ ਕਿ ਜਿਹੜੇ ਸਾਡੇ ਮੈਨਰਸ ਹੁੰਦੇ ਨੇ, ਠੀਕ ਹੈ। ਇਹ ਅਸੀਂ ਪਰਟੀਕੂਲਰਲੀ ਇੱਥੇ ਜਿਹੜਾ FNB ਡਿਪਾਰਟਮੈਂਟ ਦੀ ਗੱਲ ਕਰਨਾ, ਉਹਦੇ 'ਚ ਜਿਹੜੇ ਸਾਡੇ ਮੈਨਰਸ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਉਹਨੂੰ ਇਸ ਚੈਪਟਰ 'ਚ ਸਾਰਾ ਹੀ ਅਸੀਂ ਕਵਰ ਕਰਾਂਗੇ। ਅੱਗੇ ਤੁਸੀਂ ਵੇਖਦੇ ਜਾਓਗੇ ਕਿ ਸਾਰਾ ਹੀ ਉਹਨੂੰ ਕਵਰ ਕਰਾਂਗੇ, ਠੀਕ ਹੈ। ਅਸੀਂ ਅਗਲੀ ਸਲਾਈਡ 'ਚ ਵੇਖਦੇ ਹਾਂ ਅਤੇ ਸ਼ੁਰੂ ਕਰਦੇ ਹਾਂ ਇਹਨੂੰ। ਨਾਓ ਸਾਨੂੰ ਐਟੀਕੇਟ ਦਾ ਤਾਂ ਮੀਨਿੰਗ ਪਤਾ ਚੱਲ ਗਿਆ, ਜਿਸ ਤਰ੍ਹਾਂ ਮਤਲਬ ਜਿਹੜਾ ਯੂਨਿਟ ਦਾ ਨਾਮ ਹੈ ਐਟੀਕੇਟ ਐਂਡ ਹੌਸਪੀਟੇਬਲ, ਜਿਹੜੇ ਐਟੀਕੇਟ ਐਂਡ ਹੌਸਪੀਟੇਬਲ ਕੰਡਕਟ ਜਿਹੜੇ ਨੇ ਉਹਦੇ ਤੋਂ ਅਸੀਂ ਸਟਾਰਟ ਕਰਦੇ ਹੋਏ ਨਾ, ਸਭ ਤੋਂ ਪਹਿਲਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਹੌਸਪੀਟੈਲਿਟੀ ਦਾ ਮੀਨਿੰਗ ਸਮਝੀਏ। ਦੇਖੋ, ਬੇਸਿਕਸ ਜਿੰਨੇ ਚਿਰ ਤੱਕ ਸਾਡੇ ਕਲੀਅਰ ਨਹੀਂ ਹੋਣਗੇ ਔਰ ਉਨੇ ਚਿਰ ਤੱਕ ਅੱਗੇ ਨਿਕਲਣਾ ਥੋੜ੍ਹਾ ਜਿਹਾ ਮੁਸ਼ਕਿਲ ਹੈਗਾ। ਔਰ ਇਹ ਵੀ ਜ਼ਰੂਰੀ ਹੈ ਕਿ ਜਿਹੜੇ ਬੇਸਿਕਸ ਨੇ ਉਹਨੂੰ ਰਿਵਾਈਜ਼ ਵੀ ਨਾਲ ਦੀ ਨਾਲ ਕਰਦੇ ਜਾਈਏ। Now, what is the meaning of revision, or what is the benefit of revision? Revision is just repetition exposure. ਕਿਸੇ ਵੀ ਚੀਜ਼ ਨੂੰ ਬਾਰ-ਬਾਰ ਦੁਹਰਾਉਣ ਦੇ ਨਾਲ ਉਹ ਚੀਜ਼ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਯਾਦ ਹੋ ਜਾਂਦੀ ਹੈ। ਸੋ ਇਹ ਜ਼ਰੂਰੀ ਹੈ ਕਿ ਪਹਿਲਾ ਲੈਕਚਰ ਨਹੀਂ ਹੈ, ਜਿਹੜੇ ਬੇਸਿਕਸ ਨੇ ਉਹ ਹਰ ਇੱਕ ਲੈਕਚਰ ਦੇ ਵਿੱਚ ਅਸੀਂ ਰਿਪੀਟੇਸ਼ਨ ਐਕਸਪੋਜ਼ਰ ਦਈਏ ਆਪਣੇ ਮਾਇੰਡ ਨੂੰ, ਸੋ ਦੈਟ ਉਹ ਸਾਨੂੰ ਯਾਦ ਹੋ ਜਾਵੇ। ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਹੈ, ਠੀਕ ਹੈ ਜੀ। ਜਿਸ ਤਰ੍ਹਾਂ ਹੁਣ ਤੁਸੀਂ ਅੱਜ ਇਹ ਫਸਟ ਲੈਕਚਰ 'ਚ ਮੇਰੇ ਆਹ ਚੀਜ਼ ਵੇਖ ਰਹੇ ਹੋ, ਅਸੀਂ ਜਦੋਂ ਨੈਕਸਟ ਲੈਕਚਰ ਲਾਂਗੇ ਤਾਂ ਜ਼ਰੂਰੀ ਹੈ ਕਿ ਇਸ ਚੀਜ਼ ਨੂੰ ਉਦੋਂ ਵੀ ਤੁਸੀਂ ਧਿਆਨ ਦੇਵੋ, ਸੋ ਦੈਟ ਇਹਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਆਪਣੇ ਦਿਮਾਗ 'ਚ ਬਿਠਾ ਸਕੀਏ, ਸਪੈਸ਼ਲੀ ਬੇਸਿਕਸ, ਜਿਹੜੇ ਬੇਸਿਕਸ ਹੈਗੇ। ਸੋ ਸਭ ਤੋਂ ਪਹਿਲਾਂ ਤਾਂ ਇਹ ਦੇਖਣ ਦੀ ਜ਼ਰੂਰਤ ਹੈ ਕਿ ਹੌਸਪੀਟੈਲਿਟੀ ਇੰਡਸਟਰੀ ਹੁੰਦੀ ਕੀ ਹੈ, ਠੀਕ ਹੈ। ਹੌਸਪੀਟੇਬਲ ਕੰਡਕਟਸ ਜਦੋਂ ਅਸੀਂ ਪੜ੍ਹ ਰਹੇ ਹਾਂ, ਉਹਦੇ ਸਾਰੇ ਹੀ ਅੱਗੇ ਜਿਹੜੇ ਟੌਪਿਕ ਅਸੀਂ ਵੇਖ ਰਹੇ ਹਾਂ, ਉਹਦੇ ਲਈ ਹੌਸਪੀਟੈਲਿਟੀ ਇੰਡਸਟਰੀ ਹੁੰਦੀ ਕੀ ਹੈ, ਇਹ ਹੋਣਾ ਜ਼ਰੂਰੀ ਹੈ, ਸਾਨੂੰ ਪਤਾ ਹੋਣਾ। ਹੌਸਪੀਟੈਲਿਟੀ ਇੰਡਸਟਰੀ ਜਿਹੜੀ ਆ
ਉਹ broadly ਸਾਰੀ ਹੀ ਇੰਡਸਟਰੀ ਹੈ, broad group of business that provides services to the customer. ਇਹਨੂੰ ਮੈਂ ਇਸ ਤਰ੍ਹਾਂ ਕਹਾਂ ਕਿ ਜਦੋਂ ਅਸੀਂ ਕਿਸੇ ਨੂੰ ਸਰਵਿਸ ਦਿੰਦੇ ਹਾਂ, ਸਰਵਿਸ ਮੀਨਸ ਸੇਵਾ ਹੈ ਨਾ, ਉਹ ਕਿਤੇ ਵੀ ਦਿੱਤੀ ਜਾ ਸਕਦੀ ਹੈ। ਉਹ ਦੇਖੋ ਤੁਸੀਂ ਜਦੋਂ ਕਿਸੇ ਨੇ ਜਹਾਜ਼ ਦੀ ਟਿਕਟ ਲੈਣੀ ਹੈ ਤਾਂ ਟਿਕਟ ਲੈਣ ਅਗਰ ਕੋਈ ਕਸਟਮਰ ਆਉਂਦਾ ਹੈ ਤਾਂ ਉਹ ਵੀ ਇੱਕ ਸੇਵਾ ਹੈ, ਉਹ ਵੀ ਇੱਕ ਸਰਵਿਸ ਹੈ ਨਾ, ਸਰਵਿਸ ਹੈ। ਜਦੋਂ ਉੱਥੇ ਸਰਵਿਸ ਦਿੱਤੀ ਜਾਂਦੀ ਉਹ ਵੀ ਇੱਕ ਹੌਸਪਿਟੈਲਿਟੀ ਦਾ ਹਿੱਸਾ ਹੈ। ਜਦੋਂ ਅਸੀਂ ਫੂਡ ਦਿੰਦੇ ਹਾਂ ਹੋਟਲ 'ਚ ਉਹ ਵੀ ਇੱਕ ਸਰਵਿਸ ਦਾ ਹਿੱਸਾ ਹੈ। ਜਦੋਂ ਅਸੀਂ ਰੈਸਟੋਰੈਂਟ 'ਚ ਕੋਈ ਬਰਗਰ ਖਾਣ ਜਾਂਦਾ ਹੈ ਉਹ ਖਰੀਦਦਾ ਹੈ, ਉਹ ਵੀ ਇੱਕ ਸਰਵਿਸਿਜ਼ ਦਾ ਹਿੱਸਾ ਹੈ। ਜਦੋਂ ਬੈਂਕ ਦੇ ਵਿੱਚ ਕੋਈ ਸਰਵਿਸ ਦਿੱਤੀ ਜਾਂਦੀ ਹੈ ਉਹ ਵੀ ਇੱਕ ਸਰਵਿਸ ਦਾ ਹਿੱਸਾ ਹੈ ਨਾ। ਜਦੋਂ ਸਮੁੰਦਰੀ ਜਹਾਜ਼, ਜਦੋਂ ਟ੍ਰੇਨ ਦੇ ਵਿੱਚ, ਇਹ ਸਾਰੇ ਹੀ ਜਿਹੜੇ ਹੌਸਪਿਟੈਲਿਟੀ ਇੰਡਸਟਰੀ ਦਾ ਹਿੱਸਾ ਹੈ, ਰਾਈਟ। ਇਹਨੂੰ ਅਸੀਂ ਬਰੋਡਲੀ ਇਹ ਸਾਰੀ ਨੂੰ ਹੀ ਹੌਸਪਿਟੈਲਿਟੀ ਇੰਡਸਟਰੀ ਕਹਿ ਦਿੰਦੇ ਹਾਂ। ਅਤੇ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਜੋਬ ਓਪਰਚੁਨਿਟੀ ਜਿਹੜੀ ਹੈ ਆਉਣ ਵਾਲੇ ਸਮੇਂ 'ਚ ਜੇ ਵਧੇਗੀ ਤਾਂ ਉਹ ਤੁਹਾਡੇ ਹੀ ਮਤਲਬ ਹੌਸਪਿਟੈਲਿਟੀ ਦੇ ਵਿੱਚ ਹੀ ਵਧਣ ਵਾਲੀ ਸਭ ਤੋਂ ਜ਼ਿਆਦਾ, ਹੈ ਨਾ। ਇਹ ਤੁਸੀਂ ਦੇਖ ਹੀ ਸਕਦੇ ਹੋ। ਅਤੇ ਇਹ ਸਾਰਾ ਹੀ ਜਿਹੜਾ, ਜਿਸ ਤਰ੍ਹਾਂ ਤੁਸੀਂ ਪਿਕਚਰ 'ਚ ਵੀ ਵੇਖ ਸਕਦੇ ਹੋ, ਮੈਂ ਕੋਸ਼ਿਸ਼ ਕੀਤੀ ਸੀਗੀ ਸੋ ਦੈਟ ਤੁਸੀਂ ਦੇਖ ਸਕੋ ਕਿ ਬਰੋਡ ਹੈਗੇ ਆ ਕਿ ਜਿਹੜੇ ਹੋਟਲ ਦੇ ਔਰ ਮਤਲਬ ਐਜ਼ ਆ ਯੂਨੀਫਾਰਮ 'ਚ ਵਿਖਾਏ ਗਏ ਹੈ ਨਾ, ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਇਹ ਸਾਰੇ ਹੀ ਸਭ ਕੁਛ ਹੀ ਕਵਰ ਹੋ ਜਾਂਦਾ। ਸੋ ਹੌਸਪਿਟੈਲਿਟੀ ਇੰਡਸਟਰੀ ਜਿਹੜੀ ਹੈ, ਮੈਨੂੰ ਦੇਖ ਲੈਣ ਦਿਓ ਕਿ ਨਹੀਂ, ਹਾਂ, ਹੌਸਪਿਟੈਲਿਟੀ ਇੰਡਸਟਰੀ 'ਚ we have hotels, we have restaurants, we have cruise liners, we have banking sector, we have tourism sector, railways and all that, ਠੀਕ ਹੈ ਨਾ। ਇਹ ਸਭ ਕੁਛ ਹੀ ਆ ਜਾਂਦਾ ਹੈ, ਇਹ ਸਭ ਕੁਛ ਹੀ ਹੌਸਪਿਟੈਲਿਟੀ 'ਚ ਆ ਜਾਂਦਾ। ਅਤੇ ਆਪਾਂ ਅੱਗੇ ਨਿਕਲਦੇ ਹਾਂ ਹੁਣ ਹੌਸਪਿਟੈਲਿਟੀ ਦਾ। ਮੈਂ ਤੁਹਾਨੂੰ ਦੱਸ ਦੇ ਰਿਹਾ ਇਹ ਸਾਰਾ ਕੁਛ ਹੈ ਨਾ। ਹੁਣ ਅਸੀਂ ਹੌਸਪਿਟੈਲਿਟੀ ਦਾ ਇੱਕ ਵਾਰੀ ਡੈਫੀਨੇਸ਼ਨ ਦੀ ਵੀ ਦੇਖ ਲੈਂਦੇ ਹਾਂ। ਦ ਵਰਡ ਹੌਸਪਿਟੈਲਿਟੀ ਇਵੋਲਵ ਫਰੋਮ ਦ ਲੈਟਿਨ hospitalities, which refer to the relationship between guest and host, as it took its root from hosps, the word of host, guest, stranger or visitor, ਠੀਕ ਹੈ ਨਾ। ਇਹ ਜਿਵੇਂ ਮੈਂ ਤੁਹਾਨੂੰ ਐਕਸਪਲੇਨ ਕਰ ਹੀ ਚੁੱਕਿਆ ਕਿ ਇਹ ਹੋਸਪ ਵਰਡ ਤੋਂ ਹੈ, ਜਿਹਦਾ ਮਤਲਬ ਹੈਗਾ ਕਿ ਜਿਹੜਾ ਹੈ ਗੈਸਟ ਹੈਗਾ ਉਹਨੂੰ ਸਰਵਿਸ ਦੇਣਾ, ਹੈ ਨਾ। ਇੱਥੋਂ ਹੀ ਨਿਕਲਿਆ ਹੈ, ਅਤੇ ਲੈਟਿਨ ਵਰਡ ਤੋਂ ਨਿਕਲਿਆ ਅਤੇ ਉਹਦਾ ਮਤਲਬ ਸਰਵਿਸ ਦੇਣਾ। ਅਤੇ ਇਹਨੂੰ ਆਪਾਂ ਬਰੋਡਲੀ ਸਮਝ ਲਿਆ ਹੈ ਕਿ ਐਕਚੁਅਲੀ ਹੁੰਦਾ ਕੀ ਹੈ ਹੌਸਪਿਟੈਲਿਟੀ, ਅਤੇ ਉਹਦੇ 'ਚ ਇਹ ਹੈ ਕਿ ਸਰਵਿਸ ਦੇਣਾ, ਹੈ ਨਾ। ਐਂਟਰਟੇਨਮੈਂਟ ਆਫ ਗੈਸਟ ਔਰ ਸਟ੍ਰੇਂਜਰ ਵਿਦਾਊਟ ਰਿਵਾਰਡ ਔਰ ਵਿਚ ਕਾइंड ऑफ जनरली, ਠੀਕ ਹੈ। ਐਂਟਰਟੇਨਮੈਂਟ ਕਰਨਾ ਜਾਂ ਸਰਵਿਸ ਦੇਣਾ ਜੋ ਵੀ ਹੈ ਉਹ ਸਾਰਾ ਹੀ ਹੌਸਪਿਟੈਲਿਟੀ ਤੋਂ ਨਿਕਲਿਆ। ਇਹ ਕਾਫੀ ਹੁਣ ਜਿਹੜਾ ਹੈ ਕਿ ਇਸ ਸਮੇਂ it is a very famous one, hospitality industry right now increasing very rapidly worldwide, right। ਇਹ ਕਾਫੀ ਵਰਲਡ ਵਾਈਡ 'ਚ 1/3 ਪੋਪੂਲੇਸ਼ਨ ਦੁਨੀਆ ਦੀ ਜਿਹੜੀ ਆ ਉਹ ਅੱਜ ਦੀ ਡੇਟ 'ਚ ਹੌਸਪਿਟੈਲਿਟੀ ਇੰਡਸਟਰੀ 'ਚ ਹੀ ਵਰਕ ਕਰ ਰਹੀ। ਕੈਨ ਯੂ ਇਮੈਜਿਨ ਦੈਟ। ਐਂਡ if we talk about some of the developed countries like France and Spain, ਅਗਰ ਮੈਂ ਇਹਨਾਂ ਦੀ ਗੱਲ ਕਰਾਂ ਅਤੇ ਇਹਨਾਂ ਦੀ ਜਿਹੜੀ GDP ਆ, ਮਤਲਬ ਜਿੱਥੋਂ ਇਹ ਸਭ ਤੋਂ ਵੱਧ ਪੈਸਾ ਕਮਾਉਂਦੇ ਆ, ਉਹ ਜਿਹੜਾ ਹੈ ਉਹ ਹੌਸਪਿਟੈਲਿਟੀ ਇੰਡਸਟਰੀ ਤੋਂ ਹੀ ਆ ਰਿਹਾ ਹੈ। ਔਰ ਈਵਨ ਯੂ ਕੈਨ ਸੇ ਦੈਟ ਫਰੋਮ ਟੂਰਿਜ਼ਮ ਇੰਡਸਟਰੀ, ਰਾਈਟ। ਅਤੇ ਉਹ ਦਿਸ ਇਜ਼ ਸੋ ਬਿਗ ਕੰਸੈਪਟ ਰਾਈਟ ਨਾਓ। ਅੱਜ ਕੱਲ੍ਹ ਇਹ ਏਡਾ ਵੱਡਾ ਕੰਸੈਪਟ ਹੋ ਚੁੱਕਿਆ ਹੋਇਆ, ਠੀਕ ਹੈ। ਇੱਥੋਂ ਤੱਕ ਜਿਹੜਾ ਅਸੀਂ ਹੌਸਪਿਟੈਲਿਟੀ ਜੋ ਹੈਗਾ ਆ, ਜੋ ਵੀ ਹੌਸਪਿਟੈਲਿਟੀ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਅਸੀਂ ਵੇਖ ਹੀ ਲਿਆ, ਠੀਕ ਹੈ ਨਾ। ਇਹ ਬਹੁਤ ਹੀ ਇੰਡੀਆ 'ਚ ਵੀ ਅੱਜ ਦੀ ਡੇਟ 'ਚ ਆਫਟਰ ਸਰਵਿਸ ਸੈਕਟਰ, ਟੂਰਿਜ਼ਮ ਸੈਕਟਰ, ਐਗਰੀਕਲਚਰ ਔਰ ਸਰਵਿਸ ਸੈਕਟਰ ਨੂੰ ਛੱਡ ਕੇ ਅੱਜ ਸਭ ਤੋਂ ਵੱਧ ਜਿਹੜਾ ਹੈ ਰੈਪਿਡਲੀ ਗਰੋ ਕਰਨ ਵਾਲਾ ਹੈ, ਠੀਕ ਹੈ ਨਾ, ਟੂਰਿਜ਼ਮ ਸੈਕਟਰ। Now next move to next slide. ਹਾਂ, ਯੈਸ, ਟੂਰਿਜ਼ਮ ਇੰਡਸਟਰੀ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਪਿਛਲੀ ਸਲਾਈਡ ਵਿੱਚ, ਅਗਰ ਤੁਸੀਂ ਧਿਆਨ ਨਾਲ ਵੇਖਿਆ ਅਤੇ ਉਹ ਚੀਜ਼ ਨੂੰ ਸਮਝਿਆ ਕਿ ਹੌਸਪਿਟੈਲਿਟੀ ਇੰਡਸਟਰੀ ਡਿਵਾਈਡ ਹੈ ਕਈਆਂ ਚੀਜ਼ਾਂ 'ਚ। ਜਿੱਦਾਂ ਹੋਟਲ ਇੰਡਸਟਰੀ ਉਹ ਹੌਸਪਿਟੈਲਿਟੀ ਦਾ ਹਿੱਸਾ ਹੈ, ਜਿੱਦਾਂ ਟੂਰਿਜ਼ਮ ਇੰਡਸਟਰੀ ਇਹ ਵੀ ਆ ਗਿਆ। ਇਸ ਤਰ੍ਹਾਂ ਹੀ ਅੱਗੇ ਮੈਂ ਹੋਰ ਵੀ ਦੱਸਿਆ ਜਿੱਦਾਂ ਕਰੂਜ਼ ਲਾਈਨਰਸ ਵੀ ਹੋ ਗਿਆ, ਇੱਦਾਂ ਅਲੱਗ ਅਲੱਗ। ਅਤੇ ਬੇਸਿਕਲੀ ਅਸੀਂ ਸਾਰੀਆਂ ਤਾਂ ਨਹੀਂ ਪੜ੍ਹਾਂਗੇ, ਲੇਕਿਨ ਸਾਨੂੰ ਥੋੜ੍ਹਾ ਜਿਹਾ
ਨੌਲੇਜ ਹੋਣਾ ਚਾਹੀਦਾ ਐਟੀਕੇਟ ਐਂਡ ਹੌਸਪੀਟੇਬਲ ਕੰਡਕਟ ਪੜ੍ਹਨ ਲਈ। ਕਿਉਂ? ਕਿਉਂਕਿ ਅਸੀਂ ਪਰਟੀਕੁਲਰਲੀ ਜਿਹੜਾ ਹੈ ਉਹ ਐਟੀਕੇਟ ਕੰਡਕਟਸ ਜਿਹੜੇ ਉਹ F&B ਦੇ ਪੜ੍ਹਨ ਜਾ ਰਹੇ ਹਾਂ, ਔਰ F&B ਕੀ ਚੀਜ਼ ਹੈ ਉਹ ਸਮਝਣ ਲਈ ਸਾਨੂੰ ਇਹ ਸਾਰੀਆਂ ਇਹ ਬੇਸਿਕ ਚੀਜ਼ਾਂ ਦਾ ਪਤਾ ਹੋਣਾ ਜ਼ਰੂਰੀ ਹੈ। ਠੀਕ ਹੈ, ਸੌਰੀ। ਤੇ ਟੂਰਿਜ਼ਮ ਇੰਡਸਟਰੀ 'ਚ ਕੀ ਆ ਜਾਂਦਾ? ਟੂਰਿਜ਼ਮ ਇੰਡਸਟਰੀ 'ਚ ਤੁਸੀਂ ਵੇਖਿਆ ਹੀ ਹੋਏਗਾ ਕਿ ਜਿਵੇਂ ਕਿ ਮੈਂ ਹੁਣ ਇਸ ਲਈ ਅੰਮ੍ਰਿਤਸਰ 'ਚ ਹਾਂ, ਅਤੇ ਅੰਮ੍ਰਿਤਸਰ ਸਿਟੀ ਦੇ ਵਿੱਚ ਆਪ ਸਭ ਨੇ ਵੇਖਿਆ ਹੀ ਹੋਏਗਾ ਕਿ ਹਰਿਮੰਦਰ ਸਾਹਿਬ ਤੁਸੀਂ ਵੇਖਿਆ ਕਿਵੇਂ ਸੈਲਾਨੀ ਟੂਰਿਸਟ ਜਿਹੜੇ ਨੇ ਆਉਂਦੇ ਨੇ। ਸੋ ਇਹ ਇੱਕ ਅੰਮ੍ਰਿਤਸਰ ਸਿਟੀ ਨੂੰ ਵਧਾਵਾ ਦਿੰਦੀ ਹੈ, ਕਿਉਂਕਿ ਉੱਥੇ ਆਉਣਗੇ ਅਤੇ ਉਹ ਕੁਛ ਨਾ ਕੁਛ ਪੈਸਾ ਖਰਚ ਕਰਨਗੇ ਅਤੇ ਉਹਨੂੰ ਅਸੀਂ ਐਕਸਚੇਂਜ ਹੀ ਕਹਾਂਗੇ, ਅਤੇ ਉਹਦੇ ਨਾਲ ਇੰਪਲੋਇਮੈਂਟ ਵੀ ਮਿਲੇਗਾ ਲੋਕਾਂ ਨੂੰ, ਫਰਕ ਤਾਂ ਪਏਗਾ ਹੀ ਪਏਗਾ। ਠੀਕ ਹੈ, ਇਸੇ ਤਰੀਕੇ ਦੇ ਨਾਲ ਅਗਰ ਅਸੀਂ ਵੇਖਿਆ ਹੋਏ ਕਿ ਗੋਬਿੰਦਗੜ੍ਹ ਫੋਰਟ ਵੀ ਅੰਮ੍ਰਿਤਸਰ ਦੇ ਵਿੱਚ ਹੈਗਾ, ਸੋ ਅਸੀਂ ਵੇਖਿਆ ਵਾਰ ਮੈਮੋਰੀਅਲ, ਇਹ ਸਾਰੇ ਹੀ ਜਿਹੜੇ ਨੇ ਬਾਘਾ ਬਾਰਡਰ ਵਿਚ ਇਜ਼ ਵੈਰੀ ਫੇਮਸ ਰਾਈਟ ਨਾਓ। ਠੀਕ ਹੈ, ਅਤੇ ਇਹ ਤੁਸੀਂ ਦੇਖਿਆ ਹੀ ਹੋਏਗਾ ਕਿ ਇਹ ਸਾਰੇ ਹੀ ਟੂਰਿਜ਼ਮ ਦਾ ਹਿੱਸਾ ਹੈ। ਇਹ ਜਿਹੜੇ ਹੋਸਪਿਟੈਲਿਟੀ ਦੀ ਟੂਰਿਜ਼ਮ ਪਾਰਟ ਦਾ ਹਿੱਸਾ ਨੇ। ਠੀਕ ਹੈ, ਇਹ ਸਾਰੇ ਹੀ। ਅਤੇ ਜਿਹੜੇ ਟੂਰਿਸਟ ਹੈਗੇ ਨੇ, ਮਤਲਬ ਦੁਨੀਆ ਜਿਹੜੀ ਹੈ ਉਹ ਟਰੈਵਲ ਕਈ ਕਾਰਨਾਂ ਕਰਕੇ ਕਰਦੀ ਹੈ। ਜਿਸ ਤਰ੍ਹਾਂ ਅਗਰ ਤੁਸੀਂ ਧਿਆਨ ਦਿਓ, ਲੈਜਰ ਮਤਲਬ ਆਰਾਮ ਕਰਕੇ, ਧਾਰਮਿਕ ਰਿਲੀਜੀਅਸ ਕਰਕੇ, ਸਪੋਰਟਸ ਕਰਕੇ, ਬੈਕਪੈਕਿੰਗ ਕਰਕੇ, ਠੀਕ ਹੈ, ਕਲਚਰਲ ਟੂਰਿਸਟ ਮਤਲਬ ਐਡਵੈਂਚਰ ਦੇ ਕਰਕੇ, ਐਜੂਕੇਸ਼ਨ ਦੇ ਕਰਕੇ ਵੀ ਜਾਂਦੇ ਹੈ। ਸੋ ਅਲੱਗ ਅਲੱਗ ਰੀਜ਼ਨ ਨੇ ਲੋਕ ਟਰੈਵਲ ਕਰਦੇ। ਠੀਕ ਹੈ, ਅਲੱਗ ਅਲੱਗ ਰੀਜ਼ਨ। ਸੋ ਹੌਸਪਿਟੈਲਿਟੀ ਦੇ ਅੰਦਰ ਟੂਰਿਜ਼ਮ ਹੈ, ਔਰ ਟੂਰਿਜ਼ਮ ਦੇ ਵਿੱਚ ਲੋਕ ਅਲੱਗ ਅਲੱਗ ਕਾਰਨਾਂ ਕਰਕੇ ਅੱਜ ਕੱਲ੍ਹ ਟਰੈਵਲ ਕਰਦੇ ਹੈ, ਕਿਉਂਕਿ ਅੱਜ ਸਾਰੀ ਹੀ ਦੁਨੀਆ ਗਲੋਬਲ ਹੋ ਚੁੱਕੀ ਹੋਈ ਹੈ ਨਾ। ਤੁਸੀਂ ਵੇਖਿਆ ਹੋਏਗਾ ਅੱਜ ਪੰਜਾਬੀ ਜਿਹੜੇ ਨੇ ਕਈ ਦੇਸ਼ਾਂ 'ਚ ਪੜ੍ਹਨ ਦਿੰਦੇ ਹੈ, ਅਤੇ ਅਸੀਂ ਉਹਨਾਂ ਨੂੰ ਟੂਰਿਸਟ ਹੀ ਕਹਿੰਦੇ ਹਾਂ ਸ਼ੁਰੂ 'ਚ ਜਦੋਂ ਉਹ ਉੱਥੇ ਜਾਂਦੇ ਹੈ। ਤਾਂ ਉਹ ਐਜੂਕੇਸ਼ਨ ਦੇ ਟੂਰਿਸਟ ਹੈਗੇ, ਉਹ ਐਜੂਕੇਸ਼ਨਲ ਟੂਰਿਸਟ ਹੈਗੇ ਨੇ। ਜਿੱਦਾਂ ਤੁਸੀਂ ਦੇਖ ਸਕਦੇ ਹੋ ਨਾ, ਐਜੂਕੇਸ਼ਨਲ ਇੱਥੇ ਲਿਖਿਆ ਹੈ, ਕੋਈ ਬਿਜ਼ਨਸ ਖੋਲ੍ਹਣ ਲਈ ਵੀ ਚਲੇ ਜਾਂਦੇ। ਸੋ ਅਲੱਗ ਅਲੱਗ ਰੀਜ਼ਨ ਲਈ ਲੋਕ ਜਾਂਦੇ। ਜਿਸ ਤਰ੍ਹਾਂ ਹੁਣ ਇੱਥੋਂ ਹੀ ਤੁਸੀਂ ਆਪਣੀ ਫੈਮਿਲੀ ਨੂੰ ਵੇਖਿਆ ਹੋਏਗਾ, ਕੋਈ ਸ਼ਿਮਲਾ ਜਾ ਰਿਹਾ ਅਤੇ ਕੋਈ ਕਿਸੇ ਹੋਰ ਟੂਰਿਸਟ ਪਲੇਸ 'ਤੇ ਜਾ ਰਿਹਾ, ਉਹ ਲੇਜਰ ਅਤੇ ਰੈਕ੍ਰੀਏਸ਼ਨ ਕਰਕੇ ਜਾ ਰਿਹਾ। ਇਹ ਅਲੱਗ ਅਲੱਗ ਰੀਜ਼ਨ ਨੇ ਦੈਟ ਵਾਈ ਪੀਪਲ ਟਰੈਵਲ ਫਰੋਮ ਵਨ ਪਲੇਸ ਟੂ ਅਨਦਰ ਪਲੇਸ। ਅਤੇ ਇਹ ਅਲੱਗ ਅਲੱਗ ਰੀਜ਼ਨਾਂ ਕਰਕੇ these days people travel. So here we need to understand this thing as well, that what is the tourism industry and why people travel from one place to another place. Now when they travel from one place to another place, ਜਦੋਂ ਉਹ travel ਕਰਦੇ ਨੇ, they always look for a services, ਉਹਨਾਂ ਨੂੰ ਹੋਰ ਵੱਧ ਸਰਵਿਸਿਜ਼ ਚਾਹੀਦੀਆਂ ਨੇ। ਠੀਕ ਹੈ, ਅਤੇ ਆਪਾਂ ਅਗਲੀ ਸਲਾਈਡ 'ਚ ਦੇਖਦੇ ਹਾਂ। ਉਹ ਜਦੋਂ ਉਹਨਾਂ ਨੂੰ ਸਰਵਿਸ ਚਾਹੀਦੀ ਹੈ ਤਾਂ ਉਹਦੇ 'ਚ ਸਭ ਤੋਂ ਪ੍ਰਮੁੱਖ ਸਰਵਿਸ 'ਚ ਆ ਜਾਂਦੀ ਹੈ ਹੋਟਲ ਇੰਡਸਟਰੀ। ਠੀਕ ਹੈ, ਸੋ ਦੇਖੋ ਤੁਸੀਂ ਕਿੱਦਾਂ ਅਧਿਆਏ ਰਚਦਾ ਹੋਇਆ ਹੋਟਲ ਤੱਕ ਪਹੁੰਚ ਰਿਹਾ। ਅਸੀਂ ਅੱਗੇ ਵੀ ਹੋਰ ਜਾਵਾਂਗੇ ਔਰ F&B ਤੱਕ ਵੀ ਪਹੁੰਚਾਂਗੇ। ਠੀਕ ਹੈ, ਬਟ ਡੋਂਟ ਫੋਰਗੇਟ ਕਿ ਤੁਸੀਂ ਬਿਲਕੁਲ ਜਿਹੜਾ ਅੱਜ ਅਸੀਂ ਵਰਚੁਅਲ ਵਰਲਡ ਦੇ ਵਿੱਚ ਜੋ ਐਜੂਕੇਸ਼ਨ ਲੈ ਰਹੇ ਹੈ, ਉਹਦੇ ਲਈ ਜੁੜੇ ਰਹਿਣਾ ਜ਼ਰੂਰੀ ਹੈ ਨਾ, ਆਪਣੀ ਅਲਰਟਨੈਸ ਰੱਖਣਾ। ਸੋ ਹੋਟਲ ਇੰਡਸਟਰੀ ਜਿਹੜੀ ਹੈ, ਵੈਨ ਦੇ ਮੂਵ ਫਰੋਮ ਵਨ ਪਲੇਸ ਟੂ ਅਨਦਰ ਪਲੇਸ, ਤੇ ਉਹ ਸਰਵਿਸਿਜ਼ ਚਾਹੁੰਦੇ ਹੈ। ਹੁਣ ਉਹ ਜਦੋਂ ਸਰਵਿਸਿਜ਼ ਚਾਹੁੰਦੇ ਹੈ ਅਤੇ ਉਹਦੇ 'ਚੋਂ ਸਭ ਤੋਂ ਫੇਮਸ ਵਿੱਚੋਂ, ਮਤਲਬ ਸਭ ਤੋਂ ਪ੍ਰਮੁੱਖ ਵਿੱਚੋਂ ਅਸੀਂ ਹੋਟਲ ਇੰਡਸਟਰੀ ਹੀ ਕਹਿ ਦਿੰਦੇ ਹਾਂ। ਹੋਟਲ ਇੰਡਸਟਰੀ ਜਿਹੜੀ ਹੈ ਉਹ ਤੁਸੀਂ ਵੇਖ ਹੀ ਸਕਦੇ ਹੋ, ਜਾਂ ਦੇਖਿਆ ਹੀ ਹੋਏਗਾ ਸਾਰਿਆਂ ਨੇ ਹੋਟਲ ਕੀ ਹੁੰਦਾ ਹੈ। ਅਜੇ ਤੱਕ ਓਵਰਵਿਊ ਉੱਤੋਂ ਦਾ ਹੀ ਵੇਖਿਆ ਹੋਏਗਾ ਕਿ ਹੋਟਲ ਹੁੰਦਾ ਕੀ ਹੈ ਅਤੇ ਉੱਥੇ ਕੀ ਹੈ, ਲੇਕਿਨ ਅਸੀਂ ਹੁਣ ਅਗਲੇ ਅੰਦਰ ਦੇ ਹਿੱਸੇ 'ਚ ਜਾਂਦੇ ਹਾਂ ਕਿ ਐਕਚੁਅਲੀ ਹੋਟਲ ਇੰਡਸਟਰੀ ਹੈ ਕੀ ਚੀਜ਼ ਹੈ। ਦੇਖੋ ਹੋਟਲ ਇੰਡਸਟਰੀ ਜਿਹੜੀ ਹੈ ਉਹਦੇ 'ਚ 4 ਮੇਜਰ ਡਿਪਾਰਟਮੈਂਟਸ ਆਫ ਹੋਟਲਸ, ਉਹਦੇ 'ਚ 4 ਮੇਜਰ ਡਿਪਾਰਟਮੈਂਟਸ ਨੇ ਉਹ ਹੋਟਲ ਦੇ। ਅਤੇ 4 ਜਿਹੜੇ ਮੇਜਰ ਡਿਪਾਰਟਮੈਂਟਸ ਨੇ ਉਹ ਕਿਹੜੇ ਨੇ? ਫੂਡ ਐਂਡ ਬੇਵਰੇਜ ਸਰਵਿਸ, ਫੂਡ ਪ੍ਰੋਡਕਸ਼ਨ, ਫਰੰਟ ਆਫਿਸ ਐਂਡ ਹਾਊਸਕੀਪਿੰਗ ਸਰਵਿਸਿਜ਼। ਥੋੜ੍ਹਾ ਜਿਹਾ ਓਵਰਵਿਊ ਦੇ ਦਿੰਦਾ ਇਹਨਾਂ ਦਾ, ਤਾਂ ਕਿ ਅੱਗੇ ਨਿਕਲਣ ਦੇ ਵਿੱਚ ਤੁਹਾਨੂੰ ਥੋੜ੍ਹੀ ਜਿਹੀ ਆਸਾਨੀ ਹੋਏਗੀ। ਦੇਖੋ
ਜਦੋਂ ਅਸੀਂ ਹੋਟਲ 'ਚ ਜਾਂਦੇ ਹਾਂ, ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਹਾਇਤ ਹੋਟਲ ਐਲਫਾ ਮੋਲ ਦੇ ਨਾਲ ਅਸੀਂ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਮੋਰ ਦੈਨ 250 ਰੂਮਸ ਨੇ, ਅਤੇ ਉੱਥੇ ਰੂਮਸ ਵੀ ਹੈ, ਫੂਡ ਵੀ ਹੈ, ਅਤੇ ਹੋਰ ਅਦਰ ਸਰਵਿਸਿਜ਼ ਵੀ ਹੈਗੀਆਂ ਨੇ। ਹੁਣ ਪਹਿਲਾਂ ਆਪਾਂ ਕਰਦੇ ਹਾਂ ਨੀਚੇ ਹਾਊਸ ਕੀਪਿੰਗ ਸਰਵਿਸਿਜ਼। ਹਾਊਸ ਕੀਪਿੰਗ ਕੀ ਹੈ? ਹਾਊਸ ਕੀਪਿੰਗ ਮੀਨਸ ਕਿ ਐਕੋਮੋਡੇਸ਼ਨ ਦਾ ਸਾਰਾ ਹੀ ਜਿਹੜਾ ਹੈ ਉਹਨੂੰ ਕੀਪ ਕਰਨਾ, ਮਤਲਬ ਕਿ ਉਹਦੀ ਸਫਾਈ, ਉਹਦੀ ਕਲੀਨਿੰਗ ਸਾਰੀ ਹੀ ਰੱਖਣੀ। ਹੁਣ ਐਡਾ ਵੱਡਾ ਹੋਟਲ ਹੈ, ਮਤਲਬ ਉਹਦੇ 'ਚ 250 ਰੂਮ ਨਾਲੋਂ ਵੱਧ, 250 ਰੂਮ ਨਾਲੋਂ ਵੱਧ ਰੂਮਸ ਨੇ। ਉਹਦੀ ਸਫਾਈ, ਉਹਦੇ ਅੰਦਰ ਲੋਬੀ ਹੈ, ਐਡਾ ਵੱਡਾ 5 ਸਟਾਰ ਹੋਟਲ ਹੈ, ਉਹਦੀ ਸਫਾਈ, ਉਹਦਾ ਸਭ ਕੁਛ, ਇਹ ਸਭ ਕੁਛ ਰੱਖਣਾ ਉਹ ਵੀ ਤਾਂ ਸੌਖਾ ਕੰਮ ਨਹੀਂ ਹੈ। ਸੋ ਉਹਦੇ ਲਈ ਵੀ ਇੱਕ ਡਿਪਾਰਟਮੈਂਟ ਹੈ, ਉਹਨੂੰ ਬੋਲਦੇ ਹਾਊਸ ਕੀਪਿੰਗ ਡਿਪਾਰਟਮੈਂਟ। ਹਾਊਸ ਕੀਪਿੰਗ ਡਿਪਾਰਟਮੈਂਟ ਸਾਰਾ ਹੀ ਕਲੀਨਿੰਗ ਦਾ ਜਿਹੜਾ ਰੱਖ ਰਖਾਵ ਕਰਦਾ ਹੈ। ਕਲੀਨਿੰਗ ਸਾਰੀ ਹੀ ਉਹਦੇ ਅੰਡਰ ਆ ਜਾਂਦੀ ਹੈ, ਠੀਕ ਹੈ। ਉਹ ਕਲੀਨਿੰਗ ਜਿਹੜੀ ਹੈ, ਕਲੀਨਿੰਗ ਪ੍ਰੋਸੈਸ ਸਾਰਾ ਹੀ ਉਹਦੇ ਅੰਡਰ ਆ ਜਾਂਦਾ ਨਾ। ਫਰੰਟ ਆਫਿਸ ਡਿਪਾਰਟਮੈਂਟ ਜਿਹੜਾ ਹੈ ਉਹ ਆ ਜਾਂਦਾ ਹੈ ਕਿ ਜਿਹੜਾ ਹੁਣ ਕੋਈ ਸੈਲਾਨੀ ਹੋਟਲ 'ਚ ਐਂਟਰ ਕਰਦਾ ਹੈ, ਟੂਰਿਸਟ, ਔਰ ਉਹਨੂੰ ਰੂਮ ਚਾਹੀਦਾ ਹੈ, ਅਤੇ ਉਹ ਜਿਹੜਾ ਰੂਮ ਹੈਗਾ ਹੈ ਉਹ ਕਿਹੜਾ ਡਿਪਾਰਟਮੈਂਟ ਪ੍ਰੋਵਾਈਡ ਕਰਦਾ ਹੈ। ਰੂਮ ਦਾ ਸਾਰਾ ਹੀ ਕਿ ਕਿੰਨੇ ਰੂਮ ਬੁੱਕ ਹੋਏ ਨੇ, ਕਿੰਨੇ ਨਹੀਂ ਬੁੱਕ ਹੋਏ, ਕਿਹੜਾ ਰੂਮ ਕਿਸ ਤਰ੍ਹਾਂ ਦਾ ਹੈ, ਕਿਹਦੀ ਕਲੀਨਿੰਗ ਕਰਵਾਉਣ ਵਾਲੀ, ਇਹ ਸਾਰਾ ਹੀ, ਕਿੰਨੇ ਰੂਮ ਛੱਡੇ ਆ, ਕਿੰਨੇ ਲੈਣਾ, ਇਹਦਾ ਰੱਖ ਰਖਾਵ ਜਿਹੜਾ ਹੈ ਉਹ ਫਰੰਟ ਆਫਿਸ ਡਿਪਾਰਟਮੈਂਟ ਕਰਦਾ ਹੈ, ਠੀਕ ਹੈ। ਨਾਓ ਦ ਥਰਡ ਇਜ਼ ਫੂਡ ਪ੍ਰੋਡਕਸ਼ਨ ਡਿਪਾਰਟਮੈਂਟ। ਹੁਣ ਫੂਡ ਪ੍ਰੋਡਕਸ਼ਨ ਡਿਪਾਰਟਮੈਂਟ ਕੀ ਹੈ ਕਿ ਜਿਹੜਾ ਫਰੰਟ ਆਫਿਸ 'ਤੇ ਤੁਹਾਨੂੰ ਸਾਰਿਆਂ ਨੂੰ ਲੱਗਿਆ ਹੋਏਗਾ ਨਾ, ਫੂਡ ਪ੍ਰੋਡਕਸ਼ਨ ਜਿਹੜਾ, ਹੁਣ ਦੇਖੋ ਅਸੀਂ ਅਕਸਰ ਸ਼ੈਫ ਵਰਡ ਸੁਣਿਆ ਹੋਏਗਾ, ਇਹਦੇ ਉੱਤੇ ਕਾਫੀ ਮੂਵੀਜ਼ ਵੀ ਬਣ ਗਈ ਹੈ। ਇੱਕ ਇੰਗਲਿਸ਼ ਮੂਵੀ ਹੈ ਰਤਾਤੌਲੇ, ਰਾਈਟ, ਅਤੇ ਹੁਣ ਤਾਂ ਇੱਕ ਸ਼ੈਫ ਮੂਵੀ ਵੀ ਬਣ ਚੁੱਕੀ ਹੋਈ ਹੈ, ਅਤੇ ਸੈਫ ਅਲੀ ਖਾਨ ਦੀ। ਅਤੇ ਜਿਹੜੀ ਫੂਡ ਪ੍ਰੋਡਕਸ਼ਨ ਹੈ ਉਹ ਸਾਰਾ ਸ਼ੈਫ ਦਾ ਡਿਪਾਰਟਮੈਂਟ ਆ ਜਾਂਦਾ, ਮਤਲਬ ਜਿਹੜੀ ਖਾਣਾ ਬਣਾਉਣਾ ਉਹ ਸਾਰਾ ਹੀ ਫੂਡ ਪ੍ਰੋਡਕਸ਼ਨ ਦੇ ਵਿੱਚ ਆ ਜਾਂਦਾ ਹੈ। ਜਿਹੜਾ ਖਾਣਾ ਅਸੀਂ ਬਣਾਉਣਾ ਹੈ, ਜਿਹੜਾ ਸਰਵਿਸ ਕਰਨੀ ਹੈ, ਔਰ ਇਹ ਛੋਟਾ ਕੰਮ ਨਹੀਂ ਹੈ। 5 ਸਟਾਰ ਦੇ ਵਿੱਚ ਬਹੁਤ ਵੱਡੀ ਕਿਚਨਸ ਹੁੰਦੀਆਂ ਨੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੰਡੀਅਨ ਕਿਚਨ, ਸਾਊਥ ਇੰਡੀਅਨ ਕਿਚਨ, ਉਸ ਤੋਂ ਬਾਅਦ ਅਸੀਂ ਕੌਂਟੀਨੈਂਟਲ ਵੀ ਕਹਿ ਦਿੰਦੇ ਹਾਂ, ਇਟਾਲੀਅਨ ਕਿਚਨ ਵੀ ਕਹਿ ਦਿੰਦੇ ਹਾਂ। ਇਹ ਸਾਰਾ ਹੀ ਇੱਕ ਵੱਡਾ ਡਿਪਾਰਟਮੈਂਟ ਹੁੰਦਾ, ਠੀਕ ਹੈ। ਉਹ ਇਹਦੇ ਅਸੀਂ ਬਰੋਡ, ਇਹਦੇ 'ਤੇ ਮੈਂ ਇੱਕ ਓਵਰਵਿਊ ਹੀ ਦੇਣਾ ਚਾਹਾਂਗਾ ਇੱਥੇ। ਇਹਦੇ ਉੱਤੇ ਅਸੀਂ ਬਰੀਫਲੀ ਗੱਲ ਨਹੀਂ, ਅੱਗੇ ਕੋਈ ਅਗਲੀ ਕਲਾਸਿਸ ਵਿੱਚ ਤੁਸੀਂ ਪੜ੍ਹੋਗੇ। ਹੁਣ ਜਿਹੜਾ ਸਾਡਾ ਪਹਿਲਾ ਹੈ ਕਿ ਇੱਕ ਜਿਹੜਾ ਚੌਥਾ ਰਹਿ ਗਿਆ ਸਾਡਾ ਡਿਪਾਰਟਮੈਂਟ, ਉਹ ਹੈਗਾ ਫੂਡ ਐਂਡ ਬੇਵਰੇਜ ਸਰਵਿਸ। ਹੁਣ ਫੂਡ ਐਂਡ ਬੇਵਰੇਜ ਸਰਵਿਸ ਡਿਪਾਰਟਮੈਂਟ ਕਿਹੜਾ ਹੈ? ਫੂਡ ਮੀਨਸ ਖਾਣਾ, ਸਰਵਿਸ ਮੀਨ ਲੀਕਰ, ਮਤਲਬ ਲਿਕੁਇਡ ਹਿੱਸਾ, ਫੂਡ ਮਤਲਬ ਖਾਣਾ। ਹੁਣ ਜਿਹੜਾ ਡਿਪਾਰਟਮੈਂਟ ਖਾਣੇ ਦੀ ਸਰਵਿਸ ਕਰਦਾ ਹੈ ਔਰ ਲਿਕੁਇਡ ਦੀ ਸਰਵਿਸ ਕਰਦਾ ਹੈ, ਮਤਲਬ ਜੂਸ, ਸ਼ੇਕਸ, ਵਾਈਨ ਐਂਡ ਆਲ ਦੈਟ, ਇਹਨਾਂ ਦੀ ਸਰਵਿਸ ਕਰਦਾ ਹੈ, ਉਹਨਾਂ ਨੂੰ ਅਸੀਂ ਫੂਡ ਐਂਡ ਬੈਵਰੇਜ ਸਰਵਿਸ ਡਿਪਾਰਟਮੈਂਟ ਬੋਲਦੇ ਹਾਂ। ਠੀਕ ਹੈ, ਉਹ ਸਾਰਾ ਹੀ ਫਿਰ ਫੂਡ ਐਂਡ ਬੈਵਰੇਜ ਸਰਵਿਸ ਡਿਪਾਰਟਮੈਂਟ ਆ ਜਾਂਦਾ। ਫੂਡ ਐਂਡ ਬੈਵਰੇਜ ਸਰਵਿਸ ਡਿਪਾਰਟਮੈਂਟ 'ਚ ਹੁਣ ਇੱਥੋਂ ਤੱਕ ਅਸੀਂ ਜੋ ਸਿੱਖਿਆ ਹੈ, ਸਾਡਾ ਚੈਪਟਰ ਦਾ ਜੋ ਅਸੀਂ ਪੜ੍ਹਨ ਜਾ ਰਹੇ ਹਾਂ ਉਹ ਹੈਗਾ ਐਟੀਕੇਟ ਐਂਡ ਹੌਸਪੀਟੇਬਲ ਕੰਡਕਟ। ਅਤੇ ਉਹਦੇ ਲਈ ਇਹ ਸਾਰਿਆਂ ਦਾ ਓਵਰਵਿਊ ਵੀ ਹੈਗਾ, ਔਰ ਅਸੀਂ ਹੁਣ ਅੱਗੇ ਐਟੀਕੇਟਸ ਜਿਹੜੇ ਹੋਣਗੇ ਉਹਦੇ 'ਤੇ ਵੀ ਇੱਕ ਨਿਗਾਹ ਮਾਰਾਂਗੇ। F&B ਦੇ F&B ਕੀ ਹੁੰਦਾ ਹੈ? F&B ਇੱਕ ਹੋਟਲ ਦਾ ਡਿਪਾਰਟਮੈਂਟ ਹੈ, ਔਰ ਹੋਟਲ ਕੀ ਹੁੰਦਾ ਹੈ? ਇਹ ਇੱਕ ਸਰਵਿਸ ਹਿੱਸਾ ਹੈ। ਜਦੋਂ ਟੂਰਿਸਟ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦਾ, ਔਰ ਟੂਰਿਸਟ ਇੱਕ ਹੌਸਪੀਟੈਲਿਟੀ ਦਾ ਹਿੱਸਾ। ਮੈਨੂੰ ਲੱਗਦਾ ਇੱਥੇ ਤੱਕ ਤੁਹਾਡਾ ਕਲੀਅਰ ਹੋ ਗਿਆ ਹੋਏਗਾ, ਹੈ ਨਾ। ਔਰ ਇਸ ਤੋਂ ਬਾਅਦ ਅਸੀਂ ਅੱਗੇ ਨਿਕਲਦੇ ਹਾਂ ਕਿ ਇਹ ਜਿਹੜਾ ਹੈ ਕਿ ਹੁਣ ਤਾਂ ਹੀ ਅੱਗੇ ਅਸੀਂ ਸਮਝ ਪਾਵਾਂਗੇ ਨਾ। ਆਈ ਗੈਸ ਤੁਸੀਂ ਅੰਡਰਸਟੈਂਡ ਕਰ ਹੀ ਗਏ ਹੋਗੇ ਕਿ ਮੈਂ ਕਿਸ ਕਿਉਂ ਕੀਤਾ ਸੀ, ਸਾਰਾ ਅਧਿਆਇ ਰਚਿਆ। ਅਤੇ ਫੂਡ ਐਂਡ ਬੈਵਰੇਜ ਸਰਵਿਸ ਇਨ ਹੋਟਲ ਨਾ, ਫੂਡ ਐਂਡ ਬੈਵਰੇਜ ਸਰਵਿਸ ਇਨ ਹੋਟਲ ਜਿਹੜਾ ਹੈ ਉਹਦੇ 'ਚ ਸਾਰੇ ਹੀ ਆ ਜਾਂਦੇ, ਜਿਸ ਤਰ੍ਹਾਂ ਰੈਸਟੋਰੈਂਟ, ਕੌਫੀ ਸ਼ਾਪ, ਰੂਮ ਸਰਵਿਸ, ਬੈਂਕੁਏਟ ਸਰਵਿਸ, ਬਾਰ, ਆਊਟਸਾਈਡ ਕੈਟਰਿੰਗ ਸਰਵਿਸ। ਇਹ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ, ਥੋੜ੍ਹਾ ਜਿਹਾ ਇੱਕ ਦੋ। ਕੌਫੀ ਸ਼ਾਪ ਉਹ ਹੁੰਦਾ ਜਿੱਥੇ 24 ਘੰਟੇ ਦੀ ਸਰਵਿਸ ਮਿਲਦੀ ਹੈ, ਮਤਲਬ ਅਗਰ ਕਿਸੇ ਨੇ ਰਾਤ ਨੂੰ 2 ਵਜੇ ਵੀ ਕੌਫੀ ਪੀਣੀ ਹੈ 5 ਸਟਾਰ ਹੋਟਲ 'ਚ, ਅਤੇ ਉਹਨੂੰ ਕੌਫੀ ਸ਼ਾਪ ਡਿਪਾਰਟਮੈਂਟ 'ਚੋਂ ਹੀ ਕੌਫੀ ਸ਼ਾਪ ਮਿਲੇਗੀ। ਇਹ ਇਸ ਤਰ੍ਹਾਂ ਦੇ ਡਿਪਾਰਟਮੈਂਟ ਹੈ। ਰੂਮ ਸਰਵਿਸ ਡਿਪਾਰਟਮੈਂਟ ਸਾਰਾ ਹੀ ਰੂਮ ਦੇ ਵਿੱਚ ਕੋਈ ਫੂਡ ਔਡਰ ਕਰਦਾ ਹੈ ਅਤੇ ਉਹਨੂੰ ਵੇਖਦਾ ਹੈ, ਅਤੇ
ਬੈਂਕੁਏਟ ਸਰਵਿਸ ਜਿਹੜਾ ਆ ਉਹ ਜਿਸ ਤਰ੍ਹਾਂ ਵਿਆਹ ਵਿਊ ਹੁੰਦੇ ਆ ਹੋਟਲ ਦੇ ਵਿੱਚ ਜਾਂ ਕੋਈ ਪਾਰਟੀ ਹੋਏਗੀ ਉਹਨੂੰ ਵੇਖਦਾ, ਇਹ ਬੈਂਕੁਏਟ ਸਰਵਿਸ ਹੁੰਦੀ ਹੈ। ਅਤੇ ਇਸ ਤਰ੍ਹਾਂ ਬਾਰ ਜਿਹੜੀ ਹੈ ਉਹ ਐਲਕੋਹਲ ਨੂੰ ਵੇਖਦਾ, ਸਾਰੀ ਜਿਹੜੀ ਐਲਕੋਹਲ ਜਾਣੀ ਹੈ। ਸੋ ਇਹ ਅਲੱਗ ਅਲੱਗ ਡਿਪਾਰਟਮੈਂਟ ਜਿਹੜੇ ਨੇ ਇਹ F&B ਦਾ ਹਿੱਸਾ ਨੇ। ਔਰ ਕਈਆਂ 'ਚ ਤਾਂ ਇਹਨਾਂ ਨਾਲ ਵੀ ਵੱਧ ਹੁੰਦੇ, ਜਿਸ ਤਰ੍ਹਾਂ ਸਪੈਸ਼ਲਿਟੀ ਥੀਮ ਇਹ ਵਾਲਾ, ਠੀਕ ਹੈ, ਉਹ ਇਹਨਾਂ 'ਚ ਵੀ ਹੁੰਦੇ ਕਈ ਇਸ ਤੋਂ ਵੀ ਵੱਧ। ਨਾਓ ਨੈਕਸਟ ਮੂਵ ਟੂ ਅਨਦਰ ਸਲਾਈਡ। ਸੋ ਜਦੋਂ ਅਸੀਂ ਇਹ ਸਾਰੇ ਹੀ ਡਿਪਾਰਟਮੈਂਟਾਂ 'ਚ ਕੰਮ ਕਰਦੇ ਆ, ਜਿਸ ਤਰ੍ਹਾਂ ਕੌਫੀ ਸ਼ਾਪ ਹੋ ਗਿਆ, ਜਿਸ ਤਰ੍ਹਾਂ ਬੈਂਕੁਏਟ ਹੋ ਗਿਆ ਜਾਂ ਰੂਮ ਸਰਵਿਸ ਹੋ ਗਿਆ, ਅਤੇ ਅਫਕੋਰਸ ਸਾਨੂੰ ਕੁਛ ਬੇਸਿਕ ਐਟੀਕੇਟ ਚਾਹੀਦੇ ਨੇ, ਹੈ ਨਾ। ਸਾਨੂੰ ਕੁਛ ਬੇਸਿਕ ਐਟੀਕੇਟ ਚਾਹੀਦੇ ਨੇ ਕਿ ਉਹ ਜਿਹੜੇ ਬੇਸਿਕ ਐਟੀਕੇਟਸ ਨੇ ਉਹ ਕੀ ਹੋਣੇ ਚਾਹੀਦੇ ਨੇ, ਕਿ ਅਸੀਂ ਗੈਸਟ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ। ਸੋ ਪਹਿਲਾ ਹੈ ਅਟੈਂਡ ਟੂ ਗੈਸਟ ਵੈਨ ਦੇ ਐਂਟਰ ਰੈਸਟੋਰੈਂਟ। ਜਦੋਂ ਰੈਸਟੋਰੈਂਟ 'ਚ ਐਂਟਰ ਕਰਦਾ ਅਤੇ ਉਹਨੂੰ ਅਟੈਂਡ ਕਰੋ, ਮਤਲਬ ਉਹਨੂੰ ਜਾ ਕੇ ਵਿਸ਼ ਕਰੋ, ਯੈਸ ਸਰ ਗੁੱਡ ਆਫਟਰਨੂਨ, ਹੈ ਨਾ। ਅਤੇ ਗ੍ਰੀਟ ਗੈਸਟ ਅਕੋਰਡਿੰਗ ਟੂ ਦਾ ਟਾਈਮ, ਗੁੱਡ ਆਫਟਰਨੂਨ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਠੀਕ। ਜੇ ਮਾਰਨਿੰਗ ਦਾ ਟਾਈਮ ਹੈ ਤਾਂ ਗੁੱਡ ਮਾਰਨਿੰਗ, ਜੇ 12 ਵਜੇ ਤੋਂ ਬਾਅਦ ਦਾ ਟਾਈਮ ਹੈ ਤਾਂ ਗੁੱਡ ਆਫਟਰਨੂਨ, ਔਰ ਜੇ 5 o'clock ਦੇ ਬਾਅਦ ਦਾ ਟਾਈਮ ਹੈ ਅਤੇ ਗੁੱਡ ਈਵਨਿੰਗ ਸਰ, ਠੀਕ ਹੈ ਜੀ। ਪ੍ਰੈਫਰੇਬਲੀ ਐਡਰੈਸ ਦੈਮ ਬਾਏ ਦੇਅਰ ਨੇਮ, ਅਤੇ ਗੁੱਡ ਮਾਰਨਿੰਗ ਸੁਰਿੰਦਰ ਸਰ, ਸੋਰੀ ਗੁੱਡ ਮਾਰਨਿੰਗ ਸੁਰਿੰਦਰ ਸਰ ਵੀ ਬੋਲ ਸਕਦੇ ਹੋ ਤੁਸੀਂ, ਬਟ ਇਨ ਫੋਰਨ ਕੰਟਰੀਜ਼ ਤਾਂ ਡਾਇਰੈਕਟ ਹੀ ਨੇਮ ਵੀ ਲੈ ਲੈਂਦੇ ਆ, ਠੀਕ ਹੈ। ਬੀ ਪੋਲਾਈਟ ਟੂ ਦਾ ਗੈਸਟ, ਹਮੇਸ਼ਾ ਹੀ ਪਿਆਰ ਦੇ ਨਾਲ ਰਹਿਣਾ, ਇਹ ਵੀ ਇੱਕ ਐਟੀਕੇਟ ਦਾ ਹਿੱਸਾ ਹੀ ਹੈ। ਹੈਲਪ ਟੂ ਸੀਟ ਲੇਡੀਜ਼, ਚੇਅਰ ਨੂੰ ਪਿੱਛੇ ਕਰਕੇ ਸੀਟ 'ਤੇ ਬਿਠਾਉਣਾ, ਦਿਸ ਇਜ਼ ਅਗੇਨ ਵਨ ਆਫ ਦਾ ਬੇਸਿਕ ਐਟੀਕੇਟ ਜਿਹੜਾ ਹੈ ਤੁਸੀਂ ਦੇਖੋਗੇ 5 ਸਟਾਰ ਦੇ ਵਿੱਚ ਜਾਂ F&B ਕਿਸੇ ਡਿਪਾਰਟਮੈਂਟ ਦੇ ਵਿੱਚ ਵੀ ਜਾਓਗੇ। ਨੈਵਰ ਇੰਟਰਪਟ ਵੈਨ ਦਾ ਗੈਸਟ ਇਜ਼ ਸਪੀਕਿੰਗ ਟੂ ਅਨਦਰ ਗੈਸਟ, ਜਦੋਂ ਕਿਸੇ ਹੋਰ ਨਾਲ ਗੱਲ ਕਰ ਰਿਹਾ ਹੋਏ ਅਤੇ ਉਹਦੇ ਨਾਲ ਬਿਲਕੁਲ ਵੀ ਉਹਨੂੰ ਇੰਟਰਪਟ ਨਹੀਂ ਕਰਨਾ। ਅਵੋਇਡ ਮੀਨਨੈਸ ਸਚ ਐਜ਼ ਟੱਚਿੰਗ ਹੇਅਰ ਔਰ ਨੋਜ਼ ਸਮਾਈਲਿੰਗ ਐਕਸੈਟਰਾ, ਉਹਦੇ ਸਾਹਮਣੇ ਹੇਅਰ ਆਪਣੇ ਬਾਲਾਂ ਨੂੰ ਸਹਿਲਾਣਾ ਔਰ ਟੱਚ ਕਰਨਾ, ਨੋਜ਼ ਨੂੰ ਟੱਚ ਕਰਨਾ, ਇਹ ਸਭ ਕੁਛ ਜਿਹੜਾ ਹੈ ਅਸੀਂ ਅਵੋਇਡ ਕਰੀਏ, ਨਾ ਹੀ ਕਰੀਏ। ਰਿਮੈਂਬਰ ਟੂ ਰੈਗੂਲਰ ਗੈਸਟ ਸਪੈਸ਼ਲ ਡਿਸ਼ ਗਿਵਿੰਗ ਹਿਮ ਐਂਡ ਫਰੈਂਡਲੀ ਐਟਮੋਸਫੇਅਰ, ਜਿਹੜਾ ਤੁਹਾਡਾ ਰੈਗੂਲਰ ਗੈਸਟ ਹੋਏਗਾ ਉਹਦੀ ਜਿਹੜੀ ਸਪੈਸ਼ਲ ਡਿਸ਼ ਆ ਉਹਨੂੰ ਤੁਸੀਂ ਯਾਦ ਰੱਖਣਾ ਹੈ, ਔਰ ਜਿਹੜਾ ਉਹਦਾ ਫਰੈਂਡਲੀ ਐਟਮੋਸਫੇਅਰ ਉਹਦੇ ਨਾਲ ਬਣਾ ਕੇ ਰੱਖਣਾ ਕਿ ਹਾਂ ਬਈ ਇਹ ਜਿਹੜਾ ਫਰੈਂਡਲੀ ਐਟਮੋਸਫੇਅਰ ਹੈਗਾ। ਬੀ ਅਟੈਂਟਿਵ ਟੂ ਗੈਸਟ ਕਾਲਸ, ਜਦੋਂ ਵੀ ਉਹ ਆਵਾਜ਼ ਲਗਾਏ ਅਤੇ ਹਮੇਸ਼ਾ ਹੀ ਤੁਸੀਂ ਅਟੈਂਟਿਵ ਜਿਹਾ ਰਹਿਣਾ ਉਸ ਆਵਾਜ਼ ਨੂੰ ਸੁਣਨ ਵਾਸਤੇ, ਠੀਕ ਹੈ। ਸੋ ਇਹ ਸਾਰੇ ਹੀ ਜਿਹੜੇ ਨੇ ਇਹ ਬੇਸਿਕ ਐਟੀਕੇਟਸ ਨੇ, ਠੀਕ ਹੈ। ਇਹ ਬੇਸਿਕ ਐਟੀਕੇਟਸ ਨੇ ਕਿ ਜਿਹੜੇ ਸਾਡੇ ਵਿੱਚ ਹੋਣੇ ਚਾਹੀਦੇ, ਠੀਕ ਹੈ। ਮੀਟਿੰਗ ਆਫ ਦਾ ਰੈਸਟੋਰੈਂਟ ਸਟਾਫ ਪ੍ਰਿਓਰ ਟੂ ਓਪਨਿੰਗ ਆਫ ਦਾ ਰੈਸਟੋਰੈਂਟ ਥਰੂ ਦਾ ਨੌਲੇਜ ਆਫ ਦਾ ਫੂਡ ਐਂਡ ਬੈਵਰੇਜ ਆਈਟਮਸ ਅਵੇਲੇਬਲ ਇਨ ਦਾ ਮੈਨਿਊ, ਐਂਡ ਉਹਨੂੰ ਸਾਰਾ ਹੀ ਜਿਹੜਾ ਮੈਨਿਊ ਹੋਏਗਾ ਉਹਦੇ ਬਾਰੇ ਦੱਸਣਾ ਕਿ ਇਹ ਸਾਡੇ ਇੱਥੇ ਹੈਗਾ ਹੈ, ਇਹ ਵਾਲਾ ਖਾਣਾ ਮਿਲਦਾ ਹੈ। ਨੌਲੇਜ ਆਫ ਦਾ ਸੂਪ, ਜਿੰਨਾ ਵੀ ਤੁਹਾਡੇ ਸੂਪ ਜਾਂ ਕੋਈ ਵੀ ਡਿਸ਼ ਵਿਕਦੀ ਜਿਹੜੀ ਵੀ ਹੋਟਲ 'ਚ ਹੈਗੀ ਹੈ ਉਹਦੀ ਨੌਲੇਜ ਰੱਖਣੀ, ਅਤੇ ਬੀ ਕੇਪਡ ਵਿਦ ਕਲੀਨ ਵਿਦ ਦਾ ਸਰਵਿਸ, ਠੀਕ। ਆਪਣੀ ਸਰਵਿਸ ਜਿਹੜੀ ਵੀ ਤੁਸੀਂ ਜਿੰਨਾ ਸਰਵਿਸ ਕਰਨੀ ਹੈ ਉਹ ਸਮਾਨ ਤੁਹਾਡੇ ਕੋਲ ਉਹ ਹੋਵੇ ਅਤੇ ਤੁਸੀਂ ਤਿਆਰ ਰਹੋ ਉਹਨੂੰ ਅਗਲੇ ਨੂੰ ਪ੍ਰੋਵਾਈਡ ਕਰਨ ਲਈ, ਠੀਕ ਹੈ। ਰੈਸਟ ਮੈਨੇਜਰ ਸ਼ੁੱਡ ਚੈੱਕ ਵੈਦਰ ਦਾ ਵੇਟਰ ਹੈਜ਼ ਸੈਟਿਸਫਾਈਡ ਦਾ ਅਬਵ ਪੁਆਇੰਟਸ, ਅਤੇ ਜਿਹੜਾ ਮੈਨੇਜਰ ਹੈਗਾ ਆ ਉਹ ਸਾਰਾ ਹੀ ਸੈਟਿਸਫਾਈਡ ਕਰਦਾ ਹੋਏ ਪ੍ਰੋਡਕਟਸ ਦੇ ਨਾਲ, ਇਹ ਸਭ ਕੁਛ ਵੇਖ ਲੈਣਾ ਤੁਸੀਂ। ਮਤਲਬ ਇਹ ਸਾਰੇ ਹੀ ਪੁਆਇੰਟਸ ਜਿਹੜੇ ਨੇ ਇਹ ਜਿਹੜੇ ਮੇਜਰ ਪੁਆਇੰਟਸ ਨੇ ਉਹ ਮੈਂ ਤੁਹਾਨੂੰ ਦੱਸ ਦਿੱਤੇ ਨੇ ਕਿ ਇਹ ਬੇਸਿਕ ਐਟੀਕੇਟਸ ਦੇ ਹੋਣੇ ਹੀ ਚਾਹੀਦੇ ਨੇ, ਠੀਕ ਹੈ। ਨੈਕਸਟ ਮੂਵ ਟੂ ਅਨਦਰ। ਹੁਣ ਯੂਨੀਫਾਰਮ ਇੱਕ ਵੱਡਾ ਹਿੱਸਾ ਹੈ ਬੇਸਿਕ ਐਟੀਕੇਟਸ ਦਾ। ਜਦੋਂ ਅਸੀਂ ਐਟੀਕੇਟਸ ਦੀ ਗੱਲ ਕਰ ਰਹੇ ਹਾਂ ਅਤੇ ਯੂਨੀਫਾਰਮ ਜਿਹੜਾ ਹੈ ਉਹ ਇੱਕ ਵੱਡਾ ਹਿੱਸਾ ਹੈ। ਯੂਨੀਫਾਰਮ ਅਗਰ ਤੁਹਾਡੀ ਯੂਨੀਫਾਰਮ 'ਚ ਕੀ ਦੇਖਣਾ ਹੈ ਉਹ ਜ਼ਰੂਰੀ ਹੈ। ਯੂਨੀਫਾਰਮ ਅਗਰ ਨਹੀਂ ਹੈ ਅਤੇ ਮੁਸ਼ਕਿਲ ਹੀ ਹੈ ਤੁਹਾਡੇ ਲਈ। ਯੂਨੀਫਾਰਮ ਤਾਂ ਇੱਕ ਪਹਿਚਾਣ ਹੈ। ਇਫ ਯੂ ਸੀ ਐਨ ਆਰਮੀ ਪਰਸਨ ਅਤੇ
ਉਹਦੀ ਇੱਕ ਪਹਿਚਾਨ ਯੂਨੀਫਾਰਮ ਹੈ। ਇਨ ਅ ਸੇਮ ਵੇ in hotels or in F&B department, uniform is a symbol. ਉਹਨਾਂ ਨੂੰ ਇੱਕ ਪਹਿਚਾਨ ਹੈਗੀ ਉਹਨਾਂ ਦੀ। ਸੋ ਕੀ ਯੂਨੀਫਾਰਮ ਦੇ ਵਿੱਚ ਅਸੀਂ ਪੁਆਇੰਟ ਵੇਖਨੇ ਆ, ਉਹ ਹੈਗਾ ਵੇਅਰ ਓਨਲੀ ਕਲੀਨ, ਐਜ਼ ਯੂ ਆਲ ਨੋ ਦੈਟ, ਕਿ ਸਾਫ਼ ਜਿਹੜੀ ਹੈ ਉਹੀ ਤੁਸੀਂ ਆਪਣੀ ਯੂਨੀਫਾਰਮ ਪਾਓ। ਠੀਕ ਹੈ, ਤੇ ਯੂਨੀਫਾਰਮ ਸ਼ੁੱਡ ਬੀ ਵੈਲ ਫਿਟਡ। ਇੱਦਾਂ ਨਹੀਂ ਕਿ ਖੁੱਲੀ ਹੋਵੇ, ਹੋਰ ਹੀ ਤਰ੍ਹਾਂ ਦੀ ਲੱਗਦੀ ਹੋਵੇ। ਤਾਂ ਇਹ ਵੀ ਤੁਸੀਂ ਧਿਆਨ ਦੇਣਾ ਕਿ ਉਹ ਫਿਟਿੰਗ ਵਿੱਚ ਹੀ ਹੋਵੇ ਤੁਹਾਡੇ, ਹੈ ਨਾ। ਆਲਵੇਜ਼ ਵੇਅਰ ਨੇਮ ਟੈਗਸ ਔਨ ਡਿਊਟੀ, ਨੇਮ ਟੈਗ ਲੱਗੇ ਹੋਣ ਤੁਹਾਡੇ, ਤੁਸੀਂ ਇਸ ਚੀਜ਼ ਦਾ ਧਿਆਨ ਦਿਓ। ਐਕਸਚੇਂਜ ਯੂਨੀਫਾਰਮ ਐਜ਼ ਪਰ ਦ ਪੋਲਿਸੀ। ਠੀਕ ਹੈ, ਜਿਹੜੀ ਵੀ ਯੂਨੀਫਾਰਮ ਤੁਹਾਡੀ ਹੈਗੀ ਹੈ ਉਹਨੂੰ ਦੇਖ ਲੈਣਾ ਪੋਲਿਸੀ ਦੇ ਹਿਸਾਬ ਨਾਲ। ਜਿਹੜੀ ਅਵੋਇਡ ਵੇਅਰਿੰਗ ਐਕਸੈਸਿਵ ਜਵੈਲਰੀ ਵਾਈਲ ਔਨ ਡਿਊਟੀ। ਤੁਸੀਂ ਐਕਸੈਸਿਵ ਜਵੈਲਰੀ ਨਹੀਂ ਪਾ ਸਕਦੇ, ਹੈ ਨਾ। ਵੱਡੇ ਜਿਸ ਤਰ੍ਹਾਂ ਜਿਹੜੀ ਲੜਕੀਆਂ ਨੇ ਉਹ ਜਿਸ ਤਰ੍ਹਾਂ ਕੰਨ ਦੇ ਵਿੱਚ ਪਾਉਂਦੀਆਂ ਨੇ, ਅਤੇ ਉਹ ਬਹੁਤ ਹੀ ਵੱਡੇ ਕੰਨ ਦੇ ਵਿੱਚ ਵਾਲੀਆਂ ਨਹੀਂ ਪਾ ਸਕਦੀਆਂ, ਜਾਂ ਕੁਛ ਵੀ ਐਕਸੈਸਿਵ ਜਵੈਲਰੀ ਉਹ ਨਹੀਂ ਪਾ ਸਕਦੀਆਂ। ਦੈਨ ਨੋ ਈਅਰ ਸਟੰਟਸ ਫॉर ਮੇਲ, ਨੋ ਈਅਰ ਸਟੰਟਸ ਫॉर ਮੇਲ, ਅਤੇ ਨੋ ਬ੍ਰੈਸਲੇਟਸ। ਈਅਰ ਸਟੰਟਸ ਮਤਲਬ ਕਿ ਕੰਨਾਂ ਦੇ ਵਿੱਚ ਜਿਹੜੇ ਨੇ ਉਹ ਤੁਸੀਂ ਜਿਸ ਤਰ੍ਹਾਂ ਪਾਏ ਹੁੰਦੇ ਨਾ, ਉਹ ਨਹੀਂ ਪਾ ਸਕਦੇ ਜਿਨ੍ਹਾਂ ਨੇ ਵੀ ਲੜਕਿਆਂ ਨੇ ਜਿਹੜੀਆਂ ਵਾਲੀਆਂ ਪਾਈਆਂ ਹੁੰਦੀਆਂ। ਅਤੇ ਨੋ ਬ੍ਰੈਸਲੇਟਸ, ਤੁਸੀਂ ਬ੍ਰੈਸਲੇਟ ਵੀ ਜਿਹੜੀ ਹੈ ਉਹ ਨਹੀਂ ਪਾ ਸਕਦੇ, ਉਹ ਅਲਾਉਡ ਨਹੀਂ ਹੈ। ਰਿਟਨ ਮੈਡਲ ਇਨ ਚੇਨ ਵਰਮ ਔਨ ਦ ਨੈਕ ਮਸਟ ਨੋਟ ਬੀ ਵਿਜ਼ੀਬਲ। ਜਿਹੜੀ ਨੈਕ ਦੇ ਵਿੱਚ ਚੇਨ ਪਾਈ ਹੋਏਗੀ ਉਹ ਵਿਜ਼ੀਬਲ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ, ਉਹ ਵੀ ਵਿਜ਼ੀਬਲ ਨਹੀਂ ਹੋਣੀ ਚਾਹੀਦੀ, ਇਹਦਾ ਵੀ ਤੁਸੀਂ ਖਾਸ ਖਿਆਲ ਰੱਖਣਾ ਹੈ। ਸੋ ਇਹ ਸਾਰੇ ਹੀ ਪੁਆਇੰਟਸ ਜਿਹੜੇ ਨੇ ਇਹ ਤੁਸੀਂ ਆਪਣੀ ਨਿਗਾਹ 'ਚ ਰੱਖਣੇ ਆ। ਠੀਕ ਹੈ, ਜਿਹੜੇ ਇਹ ਮੇਜਰ ਪੁਆਇੰਟਸ ਸੀਗੇ ਉਹ ਮੈਂ ਤੁਹਾਨੂੰ ਕਵਰ ਕਰ ਦਿੱਤੇ। ਕਲੀਨੀਨੈਸ ਆਫ ਦ ਬਾਡੀ, ਇਹ ਵੀ ਇੱਕ ਐਟੀਕੇਟ ਦਾ ਹਿੱਸਾ ਹੈ ਕਿ ਕਲੀਨੀਨੈਸ ਆਫ ਦ ਬਾਡੀ ਜਿਹੜੀ ਹੈਗੀ ਹੈ। ਟੇਕ ਅ ਬਾਥ ਰੈਗੂਲਰਲੀ, ਸਪੈਸ਼ਲੀ ਬਿਫੋਰ ਰਿਪੋਰਟਿੰਗ ਫॉर ਡਿਊਟੀ। ਠੀਕ ਹੈ, ਹਮੇਸ਼ਾ ਨਹਾ ਕੇ ਰਹਿਣਾ, ਕਲੀਨਿੰਗ ਕਰਕੇ ਹੀ ਰੱਖਣਾ ਆਪਣੀ ਬਾਡੀ ਨੂੰ। ਅਤੇ ਅਪਲਾਈ ਡਿਓਡਰੈਂਟ, ਜਿਹੜਾ ਡਿਓਡਰੈਂਟ ਵਗੈਰਾ, ਜਾਂ ਮਤਲਬ ਇੱਦਾਂ ਨਹੀਂ ਕਿ ਕੁਛ ਵੀ ਤੁਸੀਂ ਲਗਾ ਸਕਦੇ ਹੋ ਇਤਰ ਵਗੈਰਾ, ਸੋ ਦੈਟ ਤੁਹਾਡੀ ਬੋਡੀ ਜਿਹੜੀ ਹੈ ਅਟਰੈਕਟ ਕਰੇ ਅਗਲੇ ਨੂੰ। ਅਤੇ ਅਵੋਇਡ ਯੂਜ਼ਿੰਗ ਟੂ ਮਚ ਪਰਫਿਊਮ, ਬਹੁਤ ਜ਼ਿਆਦਾ ਵੀ ਨਹੀਂ ਲਗਾਉਣਾ ਤਾਂ ਕਿ ਅਗਲੇ ਕਈ ਜਿਹੜੇ ਐਲਰਜਿਕ ਹੁੰਦੇ ਹੋਣ ਅਤੇ ਉਹਨਾਂ ਨੂੰ ਵੀ ਪ੍ਰੋਬਲਮ ਹੁੰਦੀ ਹੋਵੇ। ਟੀਥ ਸ਼ੁੱਡ ਬੀ ਕਲੀਨ ਐਂਡ, ਜਿਹੜਾ ਇਹ ਤਾਂ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ ਕਿ ਜਿਹੜੇ ਬਰੱਸ਼ ਹੈ ਉਹ ਕੀਤਾ ਹੋਵੇ, ਔਰ ਸਮੈਲ ਵਗੈਰਾ ਨਾ ਆਉਂਦੀ ਹੋਏ। ਅਗਰ ਕਿਸੇ ਨੂੰ ਉਸ ਚੀਜ਼ ਦੀ ਡਿਜ਼ੀਜ਼ ਹੈ ਅਤੇ ਉਸ ਲਈ ਉਹਨੇ ਮਾਊਥ ਫਰੈਸ਼ਨਰ ਜਾਂ ਇਹ ਸਭ ਕੁਝ ਯੂਜ਼ ਕੀਤਾ ਹੋਵੇ। ਪੋਸਚਰ, ਠੀਕ ਹੈ ਜੀ। ਅਗਰ ਅਸੀਂ ਵੇਖੀਏ ਤੇ ਬੇਸਿਕ ਐਟੀਕੇਟਸ ਤੋਂ ਬਾਅਦ ਅਸੀਂ ਵੇਖਿਆ ਹੈ ਯੂਨੀਫਾਰਮ, ਉਸ ਤੋਂ ਬਾਅਦ ਕਲੀਨੀਨੈਸ ਆਫ ਦ ਬਾਡੀ, ਉਸ ਤੋਂ ਬਾਅਦ ਪੋਸਚਰ। ਆਲਵੇਜ਼ ਹੋਲਡ ਦ ਬਾਡੀ। ਪੋਸਚਰ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਰੂਰੀ ਹੁੰਦਾ ਹੈ ਕਿਸੇ ਵੀ ਵਰਕ ਪਲੇਸ ਦੇ ਵਿੱਚ। ਜੇ ਸਾਡਾ ਪੋਸਚਰ ਹੀ ਨਹੀਂ ਸਹੀ ਤਾਂ ਉਸ ਪੋਜ਼ੀਟਿਵ ਇੰਪੈਕਟ ਨਹੀਂ ਪਾਉਂਦਾ। ਸੋ ਆਲਵੇਜ਼ ਬੋਡੀ ਇਰੈਕਟ, ਐਂਡ ਝੁਕਿਆ ਨਹੀਂ ਰਹਿਣਾ, ਐਂਡ ਹੈਡ ਸਟ੍ਰੇਟ ਐਂਡ ਸ਼ੋਲਡਰਸ ਇਰੈਕਟ। ਸੋ ਹੈਡ ਤੁਹਾਡਾ ਸਟ੍ਰੇਟ ਹੋਵੇ, ਸ਼ੋਲਡਰ ਜਿਹੜੇ ਨਾ ਉਹ ਬਿਲਕੁਲ ਕੰਮ ਕਰਦੇ ਹੋਣ, ਇੱਦਾਂ ਝੁਕਿਆ ਨਹੀਂ ਰਹਿਣਾ, ਅਦਰਵਾਈਜ਼ ਤੁਹਾਨੂੰ ਪਤਾ ਉਹ ਵੀ ਇੱਕ ਗਲਤ ਇੰਪੈਕਟ ਪਾ ਦਿੰਦਾ ਹੈ। ਠੀਕ ਹੈ ਜੀ। ਅਤੇ ਸਟੈਂਡ ਅਸਾਈਨ ਸਟੇਸ਼ਨ 'ਤੇ ਹੀ ਖੜ੍ਹੇ ਰਹਿਣਾ। ਅਗਰ ਸਟੇਸ਼ਨ 'ਤੇ ਨਹੀਂ ਖੜ੍ਹੇ ਰਹੋਗੇ ਤਾਂ ਉਹ ਵੀ ਇੱਕ ਪ੍ਰੋਬਲਮ ਕਰਦਾ ਹੈ। ਸਟੇਸ਼ਨ ਕੀ ਹੁੰਦਾ, ਜਦੋਂ F&B ਡਿਪਾਰਟਮੈਂਟ ਦੇ ਵਿੱਚ ਜਦੋਂ ਕੋਈ ਗੈਸਟ ਆਉਂਦਾ ਹੈ ਅਤੇ ਮੰਨ ਲਓ 100 ਗੈਸਟ ਹੀ ਆ ਗਿਆ, ਅਤੇ ਉਹਦੇ ਲਈ ਨਾ ਸਟੇਸ਼ਨ ਦਿੱਤੇ ਹੁੰਦੇ ਇੱਕ। ਉਸ ਸਟੇਸ਼ਨ ਦੀ ਜਗ੍ਹਾ ਨੂੰ ਬੋਲਦੇ ਸਾਈਡ ਬੋਰਡ, ਜਿੱਥੇ ਤੁਸੀਂ ਸਾਰਾ ਇਕਵਿਪਮੈਂਟ ਰੱਖਣਾ ਹੁੰਦਾ, ਉਹਨੂੰ ਬੋਲਦੇ ਸਾਈਡ ਬੋਰਡ। ਉੱਥੇ ਹੀ ਸਭ ਕੁਝ ਇਕਵਿਪਮੈਂਟ ਰੱਖਦੇ ਹੈ, ਅਤੇ ਉੱਥੇ ਉਹ ਅਸਾਈਨ ਕੀਤੇ ਹੁੰਦੇ ਹੈ, ਬਿਕੋਜ਼ ਇੱਦਾਂ ਤੇ ਹੈਂਡਲ ਕਰਨਾ ਮੁਸ਼ਕਿਲ ਹੋ ਜਾਏਗਾ। ਅਤੇ ਉੱਥੇ ਤੁਸੀਂ ਰਹਿਣਾ, ਮਤਲਬ ਜਿਹਨੂੰ ਜਿਹੜਾ ਅਸਾਈਨ ਕੀਤਾ ਹੋਏਗਾ ਉਸ ਸਾਈਡ ਸਟੇਸ਼ਨ, ਜਿਹਨੂੰ ਸਟੇਸ਼ਨ ਕਹਿ ਸਾਈਡ ਬੋਰਡ ਜਿਹਨੂੰ ਸਟੇਸ਼ਨ ਕਹਿ ਦਿੰਦੇ ਆ, ਉੱਥੇ ਹੀ ਰਹਿਣਾ, ਉਸ ਤੋਂ ਅਲੱਗ ਨਹੀਂ ਜਾਣਾ। ਇਹ ਵੀ ਜ਼ਰੂਰੀ ਹੈਗਾ।
ਸੋ ਇਹ ਵੀ ਪੋਸਚਰ ਦਾ ਹਿੱਸਾ ਹੀ ਹੈ। ਆਲਵੇਜ਼ ਮੇਨਟੇਨ ਐਨ ਅਪਰਾਈਟ ਪੋਸਚਰ, ਮਤਲਬ ਇਹ ਮੋਢੇ ਝੁਕੇ ਨਾ ਹੋਣ, ਹਮੇਸ਼ਾ ਐਨ ਸਟ੍ਰੇਟ ਹੋਵੇ ਮੋਢੇ ਜੇ ਨਾ। ਇਹ ਤੁਸੀਂ ਦੇਖ ਲੈਣਾ ਕਿ ਇਹ ਚੀਜ਼ ਜਿਹੜੇ ਨਾ ਪੋਸਚਰ ਦਾ ਹਿੱਸਾ ਨੇ। ਸੋ ਆਲਵੇਜ਼ ਕਿ be in a well uniform, good posture and with basic etiquettes। ਇਹ ਨਾ ਸਿਰਫ ਮੈਂ ਕਹਿੰਦਾ ਕਿ ਉਹਦੇ 'ਚ ਆ ਜਾਂਦੇ ਆ ਆਪਣੇ F&B 'ਚ, ਈਵਨ ਇਨ ਯੂਰ ਪਰਸਨਲ ਲਾਈਫ ਇਟ ਇਜ਼ ਵੈਰੀ ਇੰਪੋਰਟੈਂਟ ਕਿ ਇਹ ਤੁਹਾਡੀ ਜ਼ਿੰਦਗੀ 'ਚ ਉੱਦਾਂ ਵੀ ਇੰਪੋਰਟੈਂਟ ਹੈਗੇ ਨੇ। ਸੋ ਇਸ ਚੀਜ਼ ਦਾ ਤੁਸੀਂ ਖਿਆਲ ਰੱਖ ਲੈਣਾ ਕਿ ਇਹ ਸਾਰੇ ਹੀ ਤੁਹਾਡੇ ਇੰਪੋਰਟੈਂਟ ਹੈਗੇ ਨੇ। ਠੀਕ ਹੈ ਜੀ। ਨਾਓ ਨੈਕਸਟ ਮੂਵ, ਇੱਕ ਹੋਰ ਟੌਪਿਕ ਹੈ ਬੇਸਿਕ ਐਟੀਕੇਟਸ ਦੇ ਵਿੱਚ, ਔਰ ਜਿਹੜਾ ਇਸ ਚੈਪਟਰ 'ਚ ਇਸ ਯੂਨਿਟ ਦੇ ਵਿੱਚ ਅਸੀਂ ਪੜ੍ਹਨਾ ਸੀ ਉਹ ਹੈਗਾ ਬਰੀਫਿੰਗ। ਬਰੀਫਿੰਗ ਕੀ ਹੁੰਦਾ? ਬਰੀਫਿੰਗ ਮੀਨਸ ਬਰੀਫ ਕਰਨਾ, ਮਤਲਬ ਕਿਸੇ ਨੂੰ ਸਮਝਾਉਣਾ ਕਿ ਹਾਂ ਇਹ ਚੀਜ਼ਾਂ। ਫੋਰ ਐਗਜ਼ਾਮਪਲ ਤੁਸੀਂ 10 ਸਟੂਡੈਂਟਸ ਹੋ, ਮੈਂ 10 ਨੂੰ ਖੜੇ ਕਰਕੇ ਸਮਝਾਵਾਂ ਕਿ ਕਿੱਦਾਂ ਬਈ ਸਾਰਿਆਂ ਨੇ ਆਪਣੀ ਯੂਨੀਫਾਰਮ ਨੂੰ ਫਿੱਟ ਰੱਖਣਾ ਹੈ ਨਾ, ਬੈਲਟ ਟਾਈਟ ਹੋਣੀ ਚਾਹੀਦੀ ਹੈ, ਢਿੱਲੀ ਨਹੀਂ ਹੋਣੀ ਚਾਹੀਦੀ, ਉਹਨੂੰ ਬੋਲਦੇ ਬਰੀਫਿੰਗ। ਸਾਰਿਆਂ ਨੂੰ ਇਕੱਠੇ ਕਰਕੇ ਸਮਝਾਉਣਾ, ਠੀਕ ਹੈ, ਉਸ ਹਿੱਸੇ ਨੂੰ ਬੋਲਦੇ ਬਰੀਫਿੰਗ। ਹੁਣ ਇਹਦੇ 'ਚ ਬਰੀਫਿੰਗ ਦੇ ਵਿੱਚ ਮਿਜ਼ਨ ਪਲਾਸ, ਸੇਫਟੀ, ਸੈਨੀਟੇਸ਼ਨ ਐਂਡ ਹਾਈਜੀਨ, ਦਾ ਪਰਪਸ ਆਫ ਡੀਬਰੀਫਿੰਗ ਆਰ, ਇਹ ਸਭ ਕੁਛ ਹੀ ਜਿਹੜਾ ਤੁਸੀਂ ਉਹ ਦੱਸਣਾ ਬਰੀਫਿੰਗ ਦੇ ਵਿੱਚ। ਕਿ ਮਿਜ਼ਨ ਪਲਾ ਕੀ ਹੁੰਦਾ ਕਿ ਜਿਹੜਾ ਗੈਸਟ ਆਉਣਾ ਹੈ ਉਹਦੇ ਆਉਣ ਤੋਂ ਪਹਿਲਾਂ ਹੀ ਤੁਸੀਂ ਸਾਰੀ ਤਿਆਰੀ ਜਿਹੜੀ ਹੈ ਕਿ ਜਿਹੜੀ ਪਲੇਟਸ, ਕਟਲਰੀ, ਗਲਾਸ, ਇਹ ਸਭ ਕੁਝ ਹੀ ਪਹਿਲਾਂ ਹੀ ਰੱਖਣਾ ਆਪਣੇ ਟੇਬਲ 'ਤੇ, ਤਾਂ ਕਿ ਤਿਆਰ ਕਰਕੇ ਜਿਸ ਤਰ੍ਹਾਂ ਮੰਨ ਲਓ ਕਿਸੇ ਨੇ ਔਡਰ ਕੀਤਾ ਤਾਂ ਉਹਦੇ ਵਿੱਚ 2 ਪਲੇਟਸ ਜਾਂਦੀ ਹੈ ਇੱਕ ਦੀ ਜਗ੍ਹਾ, ਤਾਂ 2 ਪਹਿਲਾਂ ਹੀ ਆਪਣੇ ਟੇਬਲ 'ਤੇ ਤਿਆਰ ਕਰਕੇ ਰੱਖਣੀ, ਜਿਹੜੀ ਉਹਦੇ ਟੇਬਲ 'ਤੇ ਤਿਆਰ ਕਰ ਦੇਣੀ ਫੂਡ ਆਉਣ ਤੋਂ ਪਹਿਲਾਂ ਹੀ। ਦੈਟ ਇਜ਼ ਕੋਲਡ ਮੀਜ਼ਾ ਪਲਾ, ਉਹਨੂੰ ਅਸੀਂ ਮੀਜ਼ਾ ਪਲਾ ਬੋਲ ਦਿੰਦੇ। ਠੀਕ ਹੈ ਜੀ, ਉਹ ਮੀਜ਼ਾ ਪਲਾ ਹੋ ਜਾਂਦੀ ਹੈ। ਔਰ ਬਰੀਫਿੰਗ ਦੇ ਵਿੱਚ ਅਸੀਂ ਦੱਸਣਾ ਕਿ ਕਿਸ ਤਰ੍ਹਾਂ ਮੀਜ਼ਾ ਪਲਾ ਕਰਨਾ ਹੈ, ਸੇਫਟੀ ਪ੍ਰੀਕੋਸ਼ਨਸ ਕਿਸ ਤਰ੍ਹਾਂ ਲੈਣੇ ਹੈ, ਇਹ ਵੀ ਅਸੀਂ ਬਰੀਫਿੰਗ ਦੇ ਵਿੱਚ ਹੀ ਗੱਲ ਕਰਨੀ ਹੈ। ਕਲੀਨਿੰਗ ਗਲਾਸ, ਓਪਨਿੰਗ ਅ ਵਾਈਨ ਬੋਟਲ, ਜਿਹੜੀ ਬੋਟਲਸ ਖੋਲ੍ਹਣੀ ਹੈ, ਇੱਦਾਂ ਬੋਟਲ ਖੋਲ੍ਹੀ ਤੇ ਪਤਾ ਲੱਗਿਆ ਗੈਸਟ ਦੇ ਢੱਕਣ ਮੂੰਹ 'ਤੇ ਵੱਜ ਗਿਆ, ਅਤੇ ਉਹ ਪਹਿਲਾਂ ਹੀ ਦੱਸ ਦੇਣਾ ਹੁੰਦਾ। ਉਹਦੇ ਲਈ ਅਸੀਂ ਬਰੀਫਿੰਗ ਕਰ ਦੇਣੀ ਹੈ ਕਿ ਇਸ ਤਰ੍ਹਾਂ ਇਹਦਾ ਢੱਕਣ ਖੋਲ੍ਹਣਾ ਹੈ, ਇਸ ਤਰ੍ਹਾਂ ਇਹ ਸਰਵ ਕਰਨੀ ਹੈ। ਇਹ ਸਾਡੇ ਬਰੀਫਿੰਗ ਦਾ ਹਿੱਸਾ ਹੀ ਹੈ। ਇਹ ਅਸੀਂ ਗੈਸਟ ਨੂੰ ਬਰੀਫ ਕਰਨਾ ਹੈ। ਠੀਕ ਹੈ, ਸੋਰੀ, ਇੰਪਲੋਇਜ਼ ਨੂੰ ਪਹਿਲਾਂ ਬਰੀਫ ਕਰ ਦੇਣਾ ਹੈ, ਜਿਸ ਤਰ੍ਹਾਂ ਤੁਹਾਨੂੰ ਬਰੀਫ ਕਰਕੇ ਦੱਸ ਦੇਣਾ, ਇਹਨੂੰ ਬਰੀਫਿੰਗ ਬੋਲਦੇ ਆ। ਬਰੀਫਿੰਗ 'ਚ ਅਸੀਂ ਸਭ ਕੁਛ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਇਹ ਸਭ ਕੁਛ ਤੁਸੀਂ ਹੁਣ ਕਰਨਾ। ਠੀਕ ਹੈ, ਉਹਨੂੰ ਅਸੀਂ ਬਰੀਫਿੰਗ ਕਹਿ ਦਿੰਦੇ। ਸੋ ਦਿਸ ਇਜ਼ ਅਗੇਨ ਵਨ ਆਫ ਦਾ ਟੋਪਿਕ ਇਨ ਯੂਰ in your unit. Now next move to next topic, sequence of service. Meet, greet and seat the guest. Sequence of service, sequence ਮਤਲਬ ਕਿ ਕਿੱਦਾਂ ਉਹਨੂੰ ਤੁਸੀਂ ਸਰਵਿਸ ਕਰਨੀ ਹੈ। ਸਭ ਤੋਂ ਪਹਿਲਾਂ ਮੀਟ, ਮਿਲਣਾ, ਗ੍ਰੀਟ ਮੀਨਸ ਉਹਨੂੰ ਗ੍ਰੀਟਿੰਗ ਕਰਨਾ, ਐਂਡ ਸੀਟ ਦਾ ਗੈਸਟ, ਉਹਨੂੰ ਅਸੀਂ ਸੀਟ ਦੇ ਦੇਣੀ। ਸਰਵ ਵਾਟਰ, ਫਿਰ ਉਸ ਤੋਂ ਬਾਅਦ ਪਾਣੀ ਦੇਣਾ। ਸਰਵ ਡਰਿੰਕਸ, ਅਗਰ ਕੋਈ ਡਰਿੰਕ ਮੰਗਵਾਈ ਹੈ ਉਹ ਵਾਲੀ ਸਰਵਿਸ ਕਰਨੀ। ਸਰਵ ਐਪੇਟਾਈਜ਼ਰ, ਸੂਪ, ਮੇਨ ਕੋਰਸ ਹੁੰਦਾ ਕਿ ਜਿਹੜੀ ਉਹਨੇ ਰੋਟੀ ਵਗੈਰਾ ਔਡਰ ਕੀਤੀ। ਫੋਰ ਐਗਜ਼ਾਮਪਲ ਅਗਰ ਉਹਨੇ ਚਿਕਨ ਔਡਰ ਕੀਤਾ ਤਾਂ ਉਹਨੂੰ ਚਿਕਨ ਸਰਵ, ਇਹ ਸਭ ਕੁਝ ਜੋ ਵੀ ਹੈਗਾ ਹੁੰਦਾ ਹੈ, ਜੋ ਵੀ ਉਸ ਰੈਸਟੋਰੈਂਟ ਦਾ ਹਿੱਸਾ ਹੋਏਗਾ। ਅਗਰ ਉਹ ਵੈਜੀਟੇਰੀਅਨ ਹੈ ਤਾਂ ਉਹਨੇ ਅਗਰ ਰੋਟੀ ਫੁਲਕੇ ਕੀਤੇ ਤਾਂ ਉਸ ਹਿਸਾਬ। ਸੋ ਇਹ ਸਰਵਿਸ ਕਰਨੀ ਇਸ ਸੀਕੁਐਂਸ ਵਿੱਚ ਕਰਨੀ। ਠੀਕ ਹੈ, ਮੀਟ, ਗ੍ਰੀਟ ਐਂਡ ਸੀਟ ਦਾ ਗੈਸਟ, ਸਰਵ ਵਾਟਰ, ਸਰਵ ਡਰਿੰਕਸ, ਸਰਵ ਐਪੇਟਾਈਜ਼ਰ, ਸਰਵ ਸੂਪ, ਸਰਵ ਮੇਨ ਕੋਰਸ, ਸਰਵ ਡੈਜ਼ਰਟ, ਸਰਵ ਟੀ ਐਂਡ ਕੌਫੀ, ਔਰ ਲਾਸਟ ਵਿੱਚ ਬਿਲ ਪ੍ਰੈਜੈਂਟੇਸ਼ਨ। ਠੀਕ ਹੈ, ਬਿਲ ਪ੍ਰੈਜੈਂਟੇਸ਼ਨ ਨੂੰ ਹੋਰ ਅਸੀਂ ਗਹਿਰਾਈ ਦੇ ਨਾਲ ਥੋੜ੍ਹਾ ਜਿਹਾ ਵੇਖਾਂਗੇ। ਸੋ ਦਿਸ ਇਜ਼ ਸੀਕੁਐਂਸ ਆਫ ਆਵਰ ਜਿਹੜੀ ਹੈਗੀ ਹੈ। ਤੋ ਇੱਕ ਵਾਰੀ ਛੋਟਾ ਜਿਹਾ ਰਿਵਾਈਜ਼ ਕਰ ਲੈਂਦੇ ਹਾਂ, ਤਾਂ ਹੀ ਅੱਗੇ ਨਿਕਲਾਂਗੇ। ਸਭ ਤੋਂ ਪਹਿਲਾਂ ਅਸੀਂ ਵੇਖਿਆ ਹੋਸਪਿਟੈਲਿਟੀ ਇੰਡਸਟਰੀ ਕੀ ਹੁੰਦੀ ਹੈ। ਠੀਕ ਹੈ ਜੀ, ਹੋਸਪਿਟੈਲਿਟੀ ਇੰਡਸਟਰੀ ਤੋਂ ਬਾਅਦ ਅਸੀਂ ਸਮਝਿਆ ਸੀਗਾ ਕਿ ਟੂਰਿਜ਼ਮ ਇੰਡਸਟਰੀ ਕੀ ਹੁੰਦੀ। ਟੂਰਿਜ਼ਮ ਇੰਡਸਟਰੀ ਤੋਂ ਬਾਅਦ ਹੋਟਲ ਇੰਡਸਟਰੀ ਸਮਝਣ ਤੋਂ ਪਹਿਲਾਂ ਅਸੀਂ ਇਹ ਵੀ ਵੇਖਿਆ ਸੀਗਾ ਕਿ ਜਿਹੜੇ ਲੋਕ ਨੇ ਉਹ ਟਰੈਵਲ ਕਿਉਂ ਕਰਦੇ ਆ, ਫਿਰ ਉਹ ਜਦੋਂ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਕੋਈ ਸਰਵਿਸ ਚਾਹੀਦੀ ਹੁੰਦੀ ਹੈ, ਜੋ ਕਿ
ਕਈ ਕਈ ਜਗ੍ਹਾ ਤੋਂ ਮਿਲਦੀ ਹੈ, ਉਹਨਾਂ 'ਚੋਂ ਇੱਕ ਹੋਟਲ ਇੱਕ ਇੰਡਸਟਰੀ ਹੈ ਜੋ ਬਹੁਤ ਵੱਡੀ ਇੰਡਸਟਰੀ ਹੈ। ਹੋਟਲ ਇੰਡਸਟਰੀ ਦੇ ਵਿੱਚ ਹੀ 4 ਵੱਡੇ ਡਿਪਾਰਟਮੈਂਟ ਹੈ, ਇਹ ਵੀ ਅਸੀਂ ਵੇਖਿਆ ਸੀ, ਜਿਨ੍ਹਾਂ 'ਚੋਂ ਇੱਕ ਫੂਡ ਐਂਡ ਬੇਵਰੇਜ ਡਿਪਾਰਟਮੈਂਟ ਹੈ। ਔਰ ਉਸੇ ਫੂਡ ਐਂਡ ਬੇਵਰੇਜ ਡਿਪਾਰਟਮੈਂਟ ਬਾਰੇ ਅਸੀਂ ਪੜ੍ਹ ਰਹੇ ਹਾਂ, ਜਿਨ੍ਹਾਂ 'ਚ ਅਸੀਂ ਵੇਖਿਆ ਕਿ ਬੇਸਿਕ ਐਟੀਕੇਟ ਜਿਹੜੇ ਫੂਡ ਐਂਡ ਬੇਵਰੇਜ ਡਿਪਾਰਟਮੈਂਟ 'ਚ ਕਿਹੜੇ ਚਾਹੀਦੇ ਨੇ। ਬੇਸਿਕ ਐਟੀਕੇਟ 'ਚ ਅਸੀਂ ਗੱਲ ਕੀਤੀ ਸੀ ਬੇਸਿਕਸ ਦੀ, ਉਸ ਤੋਂ ਬਾਅਦ ਯੂਨੀਫਾਰਮ ਦੀ ਉਸ ਤੋਂ ਬਾਅਦ ਉਹਦੀ ਕਲੀਨਿੰਗ ਆਫ ਦਾ ਬੋਡੀ, ਉਹਦੇ ਪੋਸਚਰ ਦੀ, ਅਤੇ ਅਸੀਂ ਅੱਗੇ ਵੇਖਦੇ ਹੋਏ ਇਹ ਵੀ ਵੇਖਿਆ ਕਿ ਬਰੀਫਿੰਗ ਕੀ ਹੁੰਦਾ ਹੈ, ਬਰੀਫਿੰਗ ਅਸੀਂ ਕਿਹਨੂੰ ਕਹਿੰਦੇ ਹਾਂ। ਬਰੀਫਿੰਗ ਤੋਂ ਬਾਅਦ ਅਸੀਂ ਵੇਖਿਆ ਕਿ ਸੀਕੁਐਂਸ ਆਫ ਸਰਵਿਸ ਜਿਹੜੀ ਸਰਵਿਸ ਹੈ, ਸਾਨੂੰ ਬਰੀਫ ਹੁਣ ਮਿਲ ਗਿਆ, ਹੁਣ ਸਰਵਿਸ ਕਰਨੀ ਹੈ, ਤਾਂ ਸਰਵਿਸ ਕਿਸ ਤਰੀਕੇ ਦੇ ਨਾਲ ਕਰਨੀ, ਠੀਕ ਹੈ। ਕਮਿਊਨੀਕੇਸ਼ਨ ਡਿਊਰਿੰਗ ਸਰਵਿਸ, ਇਹ ਵੀ ਇੱਕ ਟੌਪਿਕ ਹੈ ਤੁਹਾਡਾ। ਅਤੇ ਵੈਨ communicating with anyone during service, be brief and to the point, do not tremble। ਜਦੋਂ ਤੁਸੀਂ ਕਿਸੇ ਗੈਸਟ ਦੇ ਨਾਲ ਕਮਿਊਨੀਕੇਟ ਕਰੋ ਤੇ ਟੂ ਦ ਪੁਆਇੰਟ ਔਰ ਬਿਲਕੁਲ ਆਰਾਮ ਦੇ ਨਾਲ ਪੂਰਾ ਉਹਨੂੰ ਸਮਝ ਆਏ ਉਸ ਤਰੀਕੇ ਦੇ ਨਾਲ ਕਰੋ। ਇਫ ਗੈਸਟ ਆਸਕ ਫॉर ਐਨੀਥਿੰਗ whether it is related to F&B or not, you should never say that's not my job or please check with the front office assistant for the information। ਠੀਕ ਹੈ ਜੀ, boss is always right। ਤੁਸੀਂ ਇਹ ਕਦੇ ਨਹੀਂ ਕਹਿ ਸਕਦੇ ਕਿ ਹਾਂ ਵੀ ਇਹ ਮੇਰਾ ਕੰਮ ਨਹੀਂ ਹੈਗਾ, ਜਾਂ ਕਿਤੇ ਹੋਰ ਜਾ ਕੇ ਪੁੱਛੋ, ਉਹਨੂੰ ਕਹਿਣਾ ਠੀਕ ਹੈ ਜੀ ਮੈਂ ਤੁਹਾਡੀ ਮਦਦ ਕਰਦਾ। ਸੋ ਕਿਸੇ ਹੋਰ ਬੰਦੇ ਕੋਲ ਇਨਫੋਰਮੇਸ਼ਨ ਲੈ ਕੇ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ, ਅਤੇ ਲੇਕਿਨ ਤੁਸੀਂ ਇਹ ਕਦੇ ਨਹੀਂ ਕਹਿ ਸਕਦੇ ਕਿ ਦੈਟਸ ਨਾਟ ਮਾਈ ਜੋਬ। ਇਫ ਅ ਗੈਸਟ ਆਸਕ ਫॉर ਅ ਡਿਸ਼ ਵਿਚ ਇਜ਼ ਨਾਟ ਇਨ ਦ ਮੈਨਿਊ, ਸੇ ਸਰ ਮੇ ਆਈ ਚੈੱਕ ਵਿਦ ਦ ਸ਼ੈਫ ਐਂਡ ਲੈਟ ਯੂ ਨੋ। ਜਦੋਂ ਕੋਈ ਕਹਿ ਦਿੰਦਾ ਹੈ ਕਿ ਇਹ ਵਾਲੀ ਡਿਸ਼ ਪਰ ਉਹ ਮੈਨਿਊ 'ਚ ਨਹੀਂ ਹੈ, ਤਾਂ ਤੁਸੀਂ ਉਹਨੂੰ ਕਹਿਣਾ ਕਿ ਸਰ ਮੇ ਆਈ ਚੈੱਕ ਵਿਦ ਦ ਸ਼ੈਫ ਐਂਡ ਲੈਟ ਯੂ ਨੋ, ਕਿ ਮੈਂ ਸ਼ੈਫ ਕੋਲ ਇੱਕ ਵਾਰੀ ਪੁੱਛ ਲਾਂ ਅਤੇ ਫਿਰ ਤੁਹਾਨੂੰ ਦੱਸਾਂ, ਠੀਕ ਹੈ ਜੀ। ਇਹ ਅਗਰ ਵਰਡਸ ਤੁਹਾਨੂੰ ਬੋਲਣ 'ਚ ਮੁਸ਼ਕਿਲ ਹੁੰਦੀ ਹੈ ਨਾ, ਤਾਂ ਇਹਦਾ ਮੈਂ ਇੱਕ ਈਜ਼ੀ ਤਰੀਕਾ ਵੀ ਦੱਸਦਾ। ਜਿਹੜੇ ਵੀ ਮੈਂ ਵਰਡਸ ਬੋਲੇ, ਜਿਸ ਤਰ੍ਹਾਂ ਮੀਜ਼ਾ ਪਲਾ, ਜਿਸ ਤਰ੍ਹਾਂ ਉਹਦੇ ਪਿੱਛੇ 'ਚ ਬੋਲਿਆ ਸੀ, ਜਿਸ ਤਰ੍ਹਾਂ ਇਹ ਬੋਲ ਰਹੇ ਹਾਂ ਕਿ ਸਰ ਮੇ ਆਈ ਚੈੱਕ ਵਿਦ ਦ ਸ਼ੈਫ ਐਂਡ ਲੈਟ ਯੂ ਨੋ, ਅਗਰ ਇਹ ਮੁਸ਼ਕਿਲ ਹੁੰਦੀ ਹੈ ਤਾਂ ਇਹਦਾ ਮੈਂ ਇੱਕ ਈਜ਼ੀ ਵੇ ਦੱਸਦਾ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਬੰਦੇ ਨੂੰ ਜ਼ਰੂਰ ਮੁਸ਼ਕਿਲ ਹੁੰਦੀ ਹੈ, ਲੇਕਿਨ ਉਹਦੇ ਕੋਈ ਤਰੀਕੇ ਹੁੰਦੇ ਹੀ ਨੇ, ਹਰ ਚੀਜ਼ ਦਾ ਇੱਕ ਸੋਲਿਊਸ਼ਨ ਹੈ। ਇਹਦਾ ਸੋਲਿਊਸ਼ਨ ਹੈ ਕਿ ਆਪਣੇ ਆਪ ਨਾਲ ਇਹ ਵਰਡ ਰਿਪੀਟ ਕਰਿਆ ਕਰੋ। ਸਰ ਮੇ ਆਈ ਚੈੱਕ with the chef and let you know, may check with the chef and let you know, may check with the chef and let you know। ਇਹ ਬਾਰ-ਬਾਰ ਰਿਪੀਟ ਕਰੋਗੇ ਤਾਂ ਤੁਹਾਨੂੰ ਇਸ ਚੀਜ਼ ਨੂੰ ਆਪਣੇ ਆਪ ਹੀ ਮੂੰਹ 'ਚੋਂ ਈਜ਼ੀਲੀ ਨਿਕਲੇਗਾ, ਠੀਕ ਹੈ। ਇਹ ਮੇਰੇ ਵੱਲੋਂ ਇੱਕ ਤੁਹਾਨੂੰ ਟਿਪ ਹੈ ਕਿ ਤੁਸੀਂ ਇਹ ਜਿਹੜੇ ਇੰਗਲਿਸ਼ ਦੇ ਵਰਡ ਹੈਗੇ ਆ ਇਹਨਾਂ ਨੂੰ ਕਿੱਦਾਂ ਕਿਉਂਕਿ ਇੱਕ ਵਾਰੀ ਬੋਲਣ ਦੇ ਨਾਲ ਉਨਾ ਐਕਸਪੀਰੀਅੰਸ ਨਹੀਂ ਆਊਗਾ। ਅੱਗੇ ਤੁਸੀਂ ਫਰਦਰ ਆਫਟਰ 12th ਕੁਝ ਕਰੋਗੇ ਜਾਂ ਕੁਝ ਵੀ ਗੈਸਟ ਦੇ ਨਾਲ ਇੰਟਰੈਕਸ਼ਨ ਕਰੋਗੇ ਤਾਂ ਤੁਹਾਨੂੰ ਥੋੜ੍ਹੀ ਪ੍ਰੈਕਟਿਸ ਦੀ ਜ਼ਰੂਰਤ ਹੈ ਰਾਈਟ ਨਾਓ, ਅਤੇ ਉਹ ਤੁਸੀਂ ਪ੍ਰੈਕਟਿਸ ਇਸ ਤਰ੍ਹਾਂ ਹੀ ਕਰਨੀ ਹੈ। ਸੋ ਇਹਨੂੰ ਵੇਖ ਕੇ ਘਬਰਾਉਣਾ ਨਹੀਂ ਹੈ, ਤੁਸੀਂ ਇਹਦੀ ਪ੍ਰੈਕਟਿਸ ਕਰਨੀ ਹੈ। ਨੈਵਰ ਸੇ ਆਈ ਐਮ ਸੋਰੀ ਆਈ ਕੈਨੋਟ ਹੈਲਪ ਯੂ। ਤੁਸੀਂ ਇਹ ਕਦੇ ਨਹੀਂ ਕਹਿਣਾ ਕਿ ਆਈ ਕੈਨੋਟ, ਮੈਂ ਤੁਹਾਡੀ ਹੈਲਪ ਨਹੀਂ ਕਰ ਸਕਦਾ। ਆਫਰ ਆਪਸ਼ਨਸ ਐਂਡ ਅਲਟਰਨੇਟਸ, ਉਹਨੂੰ ਕੋਈ ਨਾ ਕੋਈ ਅਲਟਰਨੇਟ ਦੇਵੋ। ਡੂ ਨੋਟ ਸਟੈਂਡ ਇਨ ਗਰੁੱਪਸ ਐਂਡ ਡਿਸਕਸ ਇਨ ਦਾ ਰੈਸਟੋਰੈਂਟਸ। ਤੁਸੀਂ ਗਰੁੱਪ ਦੇ ਵਿੱਚ ਸਟੈਂਡ ਨਹੀਂ ਹੋਣਾ ਔਰ ਗੱਲਾਂ ਆਪਣੇ ਕੋਲੀਗਸ ਦੇ ਨਾਲ ਨਹੀਂ ਕਰਨੀਆਂ। ਇਹ ਵੀ ਇੱਕ ਜ਼ਰੂਰੀ ਚੀਜ਼ ਹੈ, ਇਹਦਾ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਗਰੁੱਪ ਦੇ ਵਿੱਚ ਤੁਸੀਂ ਨਹੀਂ ਖੜ੍ਹੇ ਹੋਣਾ ਔਰ ਰੈਸਟੋਰੈਂਟ ਦੇ ਵਿੱਚ ਗੱਲਾਂ ਨਹੀਂ ਕਰਨੀਆਂ। ਚੈੱਕ ਯੂਰ ਬੋਡੀ ਲੈਂਗੁਏਜ ਵਾਈਲ ਇਨ ਦਾ ਰੈਸਟੋਰੈਂਟ, ਨੋ ਪੁਆਇੰਟਿੰਗ ਫਿੰਗਰਸ ਔਰ ਅਪਵਰਡ ਫਿੰਗਰਸ ਗੈਸਚਰਸ, ਠੀਕ ਹੈ। ਇਹ ਆਪਣੇ ਜਿਹੜੇ ਹੈ ਇਹ ਆਪਣੀ ਗੈਸਚਰ ਨੂੰ ਜਿਹੜਾ ਹੈ ਆਪਾਂ ਧਿਆਨ ਦੇਣਾ। ਹੁਣ ਅਸੀਂ ਧਿਆਨ ਦਈਏ ਅਤੇ ਅਸੀਂ ਇਹ ਜਿਹੜੀ ਸੀਕੁਐਂਸ ਆਫ ਦਾ ਸਰਵਿਸ ਵਿੱਚ ਮੀਟ ਗ੍ਰੀਟ ਤੋਂ ਸ਼ੁਰੂ ਕੀਤਾ ਸੀ, ਲਾਸਟ ਵਿੱਚ ਬਿੱਲ ਪ੍ਰੈਜੈਂਟੇਸ਼ਨ ਕੀਤਾ ਸੀ। ਸੋ ਬਿੱਲ ਪ੍ਰੈਜੈਂਟੇਸ਼ਨ ਵੀ ਜ਼ਰੂਰੀ ਹੈ। ਇਹ ਤੁਸੀਂ ਦੇਖ ਲਓ, ਬਿੱਲ ਟੂ ਬੀ ਪ੍ਰੋਵਾਈਡਡ ਵਿਦਇਨ 1 minute ਆਫ ਰਿਕੁਐਸਟ, ਮਤਲਬ ਜਲਦੀ ਤੋਂ ਜਲਦੀ ਇਹਨੂੰ ਪ੍ਰੋਵਾਈਡ ਕਰਨਾ, ਠੀਕ ਹੈ। ਉਹਨੇ ਜਿਸ ਲਈ ਰਿਕੁਐਸਟ ਕੀਤੀ ਤਾਂ ਉਹਨੂੰ ਨਾਲ ਦੀ ਨਾਲ ਹੀ ਬਿੱਲ, ਇਹ ਨਾ ਹੋਏ ਕਿ ਉਹ 10 ਮਿੰਟ ਤੱਕ ਬੇਚਾਰਾ ਬੈਠਾ ਹੀ ਰਹੇ ਅਤੇ ਉਹ ਗੈਸਟ ਦਾ ਇੰਪਰੈਸ਼ਨ ਜਿਹੜਾ ਹੈ ਉਹ ਬਿਲਕੁਲ ਬੁਰਾ ਪਾਉਂਦਾ ਹੈ। ਬਿੱਲ ਟੂ ਬੀ ਪ੍ਰੈਜੈਂਟਡ ਇਨ ਅ ਕਲੀਨ ਬਿੱਲ ਫੋਲਡਰ ਵਿਦ ਅ ਹੋਟਲ ਪੈਨ, ਠੀਕ ਹੈ। ਹੋਟਲ ਦਾ ਆਪਣਾ ਪੈਨ ਹੋਵੇ ਔਰ ਸਾਈਨ ਵਗੈਰਾ ਅਗਰ ਤੁਸੀਂ ਕਰਵਾਉਣੇ ਅਤੇ ਉਹ ਇੱਕ ਫੋਲਡਰ ਦੇ ਵਿੱਚ ਪਾਇਆ ਹੋਵੇ ਔਰ ਜੋ ਸਾਫ਼ ਸੁਥਰਾ ਹੋਵੇ, ਇਹਦਾ ਵੀ ਖਾਸ ਖਿਆਲ ਰੱਖਣਾ। ਬਿੱਲ ਟੂ ਬੀ ਕਲੀਅਰਲੀ ਆਈਟਮਾਈਜ਼ਡ ਐਂਡ ਕਰੈਕਟ, ਉਹਦੇ ਨਾਮ ਵਗੈਰਾ ਕਲੀਅਰਲੀ ਦਿਸਦੇ ਹੋਣ। ਇਸ ਤਰ੍ਹਾਂ ਨਹੀਂ ਕਿ
ਉਹਨੂੰ ਸਮਝ ਹੀ ਨਾ ਆਏ ਕਿੰਨੇ ਪੈਸੇ ਲਗਾਏ ਤੇ ਕਿੰਨੇ ਨਹੀਂ। ਵੇਟਰ ਟੂ ਬੀ ਕਲੈਕਟ ਪੇਮੈਂਟ ਪ੍ਰੋਪਰਲੀ, ਉਹ ਜਿਹੜਾ ਪੇਮੈਂਟ ਤੁਸੀਂ ਲੈਣੀ ਹੈ ਉਹ ਪ੍ਰੋਪਰਲੀ ਲੈਣੀ ਹੈ ਕਿ ਕਿਤੇ ਧਿਆਨ ਨਾਲ, ਇਸ ਤਰ੍ਹਾਂ ਨਹੀਂ ਕਿ ਪੇਮੈਂਟ ਤੁਸੀਂ ਲਵੋ ਔਰ ਪੇਮੈਂਟ ਆਏ ਹੀ ਨਾ, ਉਹ ਹਿੱਸਾ ਹੀ ਨਾ ਆਏ। ਵੇਟਰ ਟੂ ਬੀ ਰਿਟਰਨ ਕਰੈਕਟਰ ਚੇਂਜ, ਉਹਨੂੰ ਧਿਆਨ ਨਾਲ ਚੇਂਜ ਜਿਹੜੇ ਵਾਪਸ ਕਰਨਾ। ਅਦਰਵਾਈਜ਼ ਕਈ ਵਾਰੀ ਕਈ ਗੈਸਟ ਉਸ ਚੀਜ਼ ਦਾ ਬੁਰਾ ਵੀ ਮਨਾ ਜਾਂਦੇ ਆ, ਫਿਰ ਗਲਤੀ ਦੇ ਨਾਲ ਵੀ ਤੁਹਾਡੇ ਕੋਲੋਂ ਕੁਛ ਪੈਸੇ ਵੱਧ ਘੱਟ ਚਲੇ ਗਏ। ਨਾ ਵਟ ਇਜ਼ ਜੋਬ ਕਾਰਡ, ਠੀਕ ਹੈ। ਹੁਣ ਇਹ ਜੋਬ ਕਾਰਡ ਕੀ ਹੁੰਦਾ, ਮੈਂ ਤੁਹਾਨੂੰ ਉੱਦਾਂ ਹੀ ਪਹਿਲਾਂ ਸਮਝਾ ਦਿੰਦਾ, ਫਿਰ ਅਸੀਂ ਪੜ੍ਹ ਕੇ ਦੁਬਾਰਾ ਵੇਖਦੇ। ਜਦੋਂ ਮੰਨ ਲਵੋ ਕਿ ਤੁਹਾਡੇ ਤੁਸੀਂ 3 ਫਰੈਂਡ ਹੋ ਅਤੇ ਤਿੰਨੋਂ ਹੀ F&B ਡਿਪਾਰਟਮੈਂਟ 'ਚ। ਹੁਣ ਤਿੰਨਾਂ ਨੂੰ ਹੀ ਕਿਸੇ ਨਾ ਕਿਸੇ ਤਰੀਕੇ ਦੀ ਡਿਊਟੀ ਅਸਾਈਨ ਕੀਤੀ ਗਈ ਹੈ। ਕਿਸੇ ਨੂੰ ਕਿਹਾ ਗਿਆ ਕਿ ਤੂੰ ਸਾਈਡ ਬੋਰਡ 'ਤੇ ਖੜੇ ਰਹਿਣਾ ਔਰ ਗੈਸਟ ਨੂੰ ਗ੍ਰੀਟ ਕਰਨਾ, ਮੀਟ ਕਰਨਾ। ਅਗਲੇ ਨੂੰ ਕਿਹਾ ਗਿਆ ਤੂੰ ਵੀ ਇਸੇ ਸਾਈਡ ਬੋਰਡ 'ਤੇ ਰਹਿਣਾ ਲੇਕਿਨ ਤੂੰ ਸਰਵਿਸ ਕਰਨੀ, ਜਾਂ ਉਹਨਾਂ ਦਾ ਆਪਣਾ ਕੋਆਰਡੀਨੇਸ਼ਨ ਵੀ ਹੋ ਸਕਦਾ। ਜਾਂ ਕਿਸੇ ਨੂੰ ਕਹਿਣਾ ਕਿ ਤੂੰ ਫੂਡ ਕਿਚਨ 'ਚ ਲੈ ਕੇ ਆਉਣਾ, ਠੀਕ। ਇੱਕ ਨੇ ਸਰਵਿਸ ਕਰਨੀ, ਇੱਕ ਨੇ ਕਿਚਨ 'ਚੋਂ ਲੈ ਕੇ ਆਉਣਾ ਔਰ ਇੱਕ ਨੇ ਗੈਸਟ ਦੀ ਸਾਰੀ ਹੀ ਜਿਹੜੀ ਆ ਮੀਟ ਗ੍ਰੀਟ ਜੋ ਵੀ ਉਹਦਾ ਖਿਆਲ ਰੱਖਣਾ। ਸੋ ਇਹ ਜਿਹੜਾ ਅਸਾਈਨ ਕਰਨਾ ਕੰਮ, ਡਿਫਰੈਂਟ ਵਰਕ ਅਸਾਈਨ ਕਰਨਾ, ਉਹ ਇੱਕ ਕਾਰਡ 'ਤੇ ਅਸੀਂ ਲਿਖ ਦਿੰਦੇ ਹਾਂ ਕਿ ਆਹ ਤੇਰਾ ਕੰਮ ਜੀ, ਆਹ ਤੇਰਾ ਕੰਮ ਜੀ, ਠੀਕ ਹੈ। ਉਸ ਕਾਰਡ ਨੂੰ ਅਸੀਂ ਜੋਬ ਕਾਰਡ ਕਹਿ ਦਿੰਦੇ ਹਾਂ, ਜਿੱਥੇ ਇਹ ਸਾਰੀ ਹੀ ਡਿਟੇਲ ਇਨਫੋਰਮੇਸ਼ਨ ਲਿਖੀ ਜਾਂਦੀ ਹੈ ਕਿ ਕਿਹਦਾ ਕਿਹੜਾ ਕੰਮ ਹੈਗਾ। ਸੋ ਅ ਜੋਬ ਕਾਰਡ ਇਜ਼ ਅ ਡਿਟੇਲਡ ਡਿਸਕ੍ਰਿਪਸ਼ਨ ਆਫ ਵਰਕ ਦੈਟ ਇਜ਼ ਪਰਫਾਰਮਡ ਫॉर ਵਰਕ ਆਰਡਰ, ਠੀਕ ਹੈ। You use the job cards application to create and manage job cards. When you create a job card, you specify planning and scheduling information that can be used by the task cards and work order tracking application. ਜੋ ਮੈਂ ਤੁਹਾਨੂੰ ਸਮਝਾਇਆ ਉਹੀ ਹੈ, ਠੀਕ ਹੈ, ਇੰਗਲਿਸ਼ ਦੇ ਵਿੱਚ। ਅਤੇ ਇਹਦਾ ਤੁਸੀਂ ਆਪ ਅੰਗਰੇਜ਼ੀ ਲੈਂਗੁਏਜ 'ਚ ਕੁਛ ਹੋਰ ਵਨ ਵਰਡ ਵਿੱਚ ਵੀ ਦੇਖ ਸਕਦੇ ਹੋ ਟਰਾਈ ਕਰਕੇ, ਠੀਕ ਹੈ। ਸੋ ਮੈਂ ਤਾਂ ਪ੍ਰੈਜੈਂਟੇਸ਼ਨ ਦੇ ਰਿਹਾ ਇਸ ਵੇਲੇ ਤੁਹਾਨੂੰ। ਅਤੇ ਅ ਜੋਬ ਕਾਰਡ ਇਜ਼ ਅ ਡਿਟੇਲ ਡਿਸਕ੍ਰਿਪਸ਼ਨ ਆਫ ਏ ਵਰਕ, ਅਗਰ ਮੈਂ ਇਹਨੂੰ ਕਹਾਂ ਜੋ ਮੈਂ ਕਿਹਾ, ਠੀਕ ਹੈ, ਦੈਟ ਇਜ਼ ਪਰਫੋਰਮਡ ਫॉर ਏ ਵਰਕ ਆਰਡਰ। ਵਰਕ ਆਰਡਰ ਵਿੱਚ ਕੰਮ ਕਰਨ ਲਈ ਜਿਹੜਾ ਡਿਸਕ੍ਰਿਪਸ਼ਨ ਆਫ ਵਰਕ ਜਿਹੜੀ ਤੁਹਾਨੂੰ ਦਿੱਤੀ ਜਾਂਦੀ ਹੈ ਵਰਕ ਆਰਡਰ ਵਿੱਚ ਕਰਨ ਦੀ, ਉਹਨੂੰ ਅਸੀਂ ਜੋਬ ਕਾਰਡ ਕਹਿ ਦਿੰਦੇ ਹਾਂ, ਠੀਕ ਹੈ ਜੀ। ਆਈ ਗੈਸ ਤੁਹਾਨੂੰ ਇਹ ਚੀਜ਼ ਸਮਝ ਆਈ ਗਈ ਹੋਏਗੀ ਕਿ ਜੋਬ ਕਾਰਡ ਕੀ ਹੁੰਦਾ। ਇੰਟਰ ਡਿਪਾਰਟਮੈਂਟ ਰਿਲੇਸ਼ਨ ਵਿਦ ਅਦਰ ਡਿਪਾਰਟਮੈਂਟਸ ਆਫ ਹੋਟਲ, ਠੀਕ ਹੈ। ਫੂਡ ਐਂਡ ਬੈਵਰੇਜ ਸਰਵਿਸ ਦਾ ਇੰਟਰ ਰਿਲੇਸ਼ਨ ਬਾਕੀਆਂ ਦੇ ਨਾਲ। ਸੋ ਇੱਥੇ ਜਿਹੜੇ ਨੇ ਇਹ ਸਾਰਿਆਂ ਦੇ ਨਾਲ ਲਿਖਿਆ ਹੋਇਆ ਹੈ। ਕਿਚਨ ਦੇ ਨਾਲ ਜਿਹੜਾ ਹੈ ਉਹਦਾ ਰਿਲੇਸ਼ਨ ਹੁੰਦਾ ਹੈ, ਹਾਊਸ ਕੀਪਿੰਗ ਦੇ ਨਾਲ ਵੀ ਉਹਦਾ ਰਿਲੇਸ਼ਨ ਹੁੰਦਾ ਹੈ, ਫਰੰਟ ਆਫਿਸ ਦੇ ਨਾਲ ਵੀ ਉਹਦਾ ਰਿਲੇਸ਼ਨ ਹੁੰਦਾ ਹੈ। ਕਿਚਨ ਨਾਲ ਕਿੱਦਾਂ, ਗੈਸਟ ਨੇ ਫੂਡ ਕਿਹਾ ਉਹਨੇ ਲਿਆ ਕੇ ਦਿੱਤਾ। ਹਾਊਸ ਕੀਪਿੰਗ ਦੇ ਨਾਲ ਕਿੱਦਾਂ, ਠੀਕ ਹੈ, ਅਗਰ ਗੈਸਟ ਨੇ ਕਹਿ ਦਿੱਤਾ ਕਿ ਮੇਰਾ ਰੂਮ ਜਿਹੜਾ ਆ ਉਹਦੀ ਕਲੀਨਿੰਗ ਕਰਵਾ ਦਿਓ, ਉਹਨੇ ਨੋਟ ਕਰਨਾ ਜਾਂ ਕੁਛ ਵੀ, ਠੀਕ ਹੈ। ਇਹ ਹਾਊਸ ਕੀਪਿੰਗ ਦੇ ਨਾਲ ਹੋ ਗਿਆ। ਫਰੰਟ ਆਫਿਸ ਦੇ ਨਾਲ ਕਿਵੇਂ, ਫਰੰਟ ਆਫਿਸ ਦੇ ਨਾਲ ਉਹਨੇ ਕੁਛ ਵੀ ਕਹਿ ਦਿੱਤਾ ਕਿ ਮੇਰੇ ਫਲਾਣੇ ਗੈਸਟ ਨੇ ਆਉਣਾ, ਤੁਸੀਂ ਉਹਦਾ ਖਿਆਲ ਰੱਖਿਓ, ਠੀਕ ਹੈ, ਇੰਨੇ ਵਜੇ, ਜਾਂ ਉਹਦਾ ਰਿਲੇਸ਼ਨ ਵੀ ਤਾਂ ਹੋਇਆ ਫਰੰਟ ਆਫਿਸ ਦੇ ਨਾਲ। ਜਾਂ ਹੋਰ ਤੁਸੀਂ ਉਹਨੂੰ ਕਹਿ ਸਕਦੇ ਹੋ ਉਹਨਾਂ ਕੋਲੋਂ ਹੋਰ ਰੂਮ ਦੀ ਬੁਕਿੰਗ ਵੀ ਕਢਾ ਸਕਦੇ। ਸੇਲਸ ਦੇ ਨਾਲ ਪੈਸਾ ਆਫਕੋਰਸ ਉੱਧਰ ਜਾਣਾ, ਕੈਸ਼ੀਅਰ ਦੇ ਨਾਲ ਤਾਂ ਲਿੰਕ ਹੋਏਗਾ ਹੀ, ਬਿੱਲ ਵਗੈਰਾ ਜਨਰੇਟ ਹੋਣੇ। ਇੰਜੀਨੀਅਰਿੰਗ ਦੇ ਨਾਲ ਵੀ ਰੱਖਣਾ ਕੋਆਰਡੀਨੇਸ਼ਨ, ਤਾਂ ਹੀ ਤਾਂ ਡਿਪਾਰਟਮੈਂਟ ਦਾ ਸਾਰਾ ਰੱਖ ਰਖਾਵ ਚਲੇਗਾ, ਠੀਕ ਹੈ ਜੀ। ਇਹ ਸਾਰਾ ਹੀ ਜਿਹੜਾ ਸਾਰਾ ਸਿਸਟਮ ਚੱਲਣਾ ਤਾਂ ਹੀ ਹੈ ਜਦੋਂ ਇੰਟਰ ਰਿਲੇਸ਼ਨ ਹੋਏਗਾ। ਇੰਟਰ ਰਿਲੇਸ਼ਨ ਕਿਹਨਾਂ ਨਾਲ ਹੋਏਗਾ, ਕਿਚਨ, ਹਾਊਸ ਕੀਪਿੰਗ, ਇੰਜੀਨੀਅਰਿੰਗ ਡਿਪਾਰਟਮੈਂਟ ਹੁੰਦਾ ਜਿਹੜਾ ਸਾਰਾ ਹੀ ਬੱਤੀ ਦਾ ਸਭ ਕੁਝ ਵੇਖਦਾ, ਅਤੇ ਉਹਦੇ ਨਾਲ ਵੀ ਇਹਦਾ ਕੋਆਰਡੀਨੇਸ਼ਨ ਹੋਣਾ ਜ਼ਰੂਰੀ ਹੈ। ਕੈਸ਼ੀਅਰ ਪੈਸੇ ਦਾ ਜਿਹੜਾ ਰੱਖ ਰਖਾਵ ਰੱਖਦਾ ਹੈ। ਸੇਲਸ ਐਂਡ ਮਾਰਕੀਟਿੰਗ, ਕਿ ਸੇਲਸ ਐਂਡ ਮਾਰਕੀਟਿੰਗ ਦੇ ਵਿੱਚ ਕਈ ਵਾਰੀ ਕੋਈ ਗੈਸਟ ਆ ਜਾਂਦੇ ਹੈ ਜਿਹੜੀ ਤੁਹਾਡੀ ਸੇਲਸ ਜਾਂ ਬੁਕਿੰਗ ਕਰਾ ਸਕਦੇ ਹੈ, ਤੁਹਾਡਾ ਗਰੁੱਪ ਰਿਜ਼ਰਵੇਸ਼ਨ ਕਰਾ ਸਕਦੇ ਹੈ, ਉਹ ਸਭ ਕੁਝ ਅਸੀਂ ਵੇਖਣਾ, ਠੀਕ ਹੈ ਜੀ। ਉਸ ਤੋਂ ਬਾਅਦ ਐਚ ਆਰ ਦੇ ਨਾਲ ਰਿਕਰੂਟਮੈਂਟ ਵਗੈਰਾ
ਅਗਰ ਜਿਹੜਾ ਹਿਊਮਨ ਰਿਸੋਰਸ ਜਿਹੜਾ ਡਿਪਾਰਟਮੈਂਟ ਹੁੰਦਾ ਉਹਦੇ ਨਾਲ ਰਿਕਰੂਟਮੈਂਟ ਵਗੈਰਾ ਫਰੰਟ ਆਫਿਸ ਦੇ ਨਾਲ ਮੈਂ ਤੁਹਾਨੂੰ ਦੱਸ ਹੀ ਦਿੱਤਾ, ਸੇਲਸ ਦੇ ਨਾਲ ਵੀ, ਠੀਕ ਹੈ। ਇਹ ਸਾਰਾ ਇੰਟਰ ਰਿਲੇਸ਼ਨ ਡਿਪਾਰਟਮੈਂਟ ਹੁੰਦਾ। ਸੋ ਇੱਥੇ ਸਾਡਾ ਜਿਹੜਾ ਹੈ ਇਹ ਲੈਕਚਰ ਜਿਹੜਾ ਹੈ ਫਿਨਿਸ਼ ਹੋ ਜਾਂਦਾ ਹੈ। ਆਪਾਂ ਇੱਕ ਵਾਰੀ ਛੋਟਾ ਜਿਹਾ ਰਿਵਾਈਜ਼ ਕਰ ਲਈਏ ਦੁਬਾਰਾ ਤੋਂ ਅਸੀਂ ਕੀ ਪੜ੍ਹਿਆ, ਅਤੇ ਉਸ ਤੋਂ ਬਾਅਦ ਵਾਈਂਡ ਅਪ ਕਰ ਦਾਂਗੇ। ਅਸੀਂ ਦੇਖਿਆ ਹੈ ਕਿ ਹੌਸਪੀਟੈਲਿਟੀ ਇੰਡਸਟਰੀ ਕੀ ਹੁੰਦੀ ਹੈ। ਇਹ ਤਾਂ ਦੇਖਿਆ ਕਿਉਂਕਿ ਅਸੀਂ F&B ਪੜ੍ਹਨੀ। ਟੂਰਿਜ਼ਮ ਇੰਡਸਟਰੀ ਇੱਕ ਹੌਸਪੀਟੈਲਿਟੀ ਦਾ ਹਿੱਸਾ ਹੈ ਔਰ ਇਹਨੂੰ ਵੀ ਅਸੀਂ ਸਮਝ ਲਿਆ। ਉਸ ਤੋਂ ਬਾਅਦ ਅਸੀਂ ਇਹ ਵੀ ਸਮਝਿਆ ਕਿ ਹੋਟਲ ਇੰਡਸਟਰੀ ਕੀ ਹੁੰਦੀ ਹੈ। ਇਸ ਨੂੰ ਸਮਝਣ ਲਈ ਅਸੀਂ ਇਹ ਸਮਝਿਆ ਕਿ ਪੀਪਲ ਜਿਹੜੇ ਉਹ ਟਰੈਵਲ ਕਰਦੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ, ਔਰ ਉਹਨਾਂ ਨੂੰ ਸਰਵਿਸ ਚਾਹੀਦੀ ਹੁੰਦੀ ਹੈ, ਔਰ ਉਸ ਸਰਵਿਸ 'ਚੋਂ ਇੱਕ ਸਰਵਿਸ ਹੋਟਲ ਦੀ ਸਰਵਿਸ ਵੀ ਹੁੰਦੀ ਹੈ, ਠੀਕ ਹੈ। ਔਰ ਹੋਟਲ ਜਿਹੜੀ ਹੈ ਉਹਦੇ 'ਚ 4 ਮੇਜਰ ਡਿਪਾਰਟਮੈਂਟ ਹੁੰਦੇ ਨੇ: ਫੂਡ ਐਂਡ ਬੇਵਰੇਜ ਸਰਵਿਸ, ਫੂਡ ਪ੍ਰੋਡਕਸ਼ਨ, ਫਰੰਟ ਆਫਿਸ ਐਂਡ ਹਾਊਸਕੀਪਿੰਗ, ਜਿਹਦੇ 'ਚੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਫੂਡ ਐਂਡ ਬੇਵਰੇਜ ਸਰਵਿਸ ਦੀ। ਫੂਡ ਐਂਡ ਬੇਵਰੇਜ ਸਰਵਿਸ ਜਦੋਂ ਅਸੀਂ ਪੜ੍ਹਿਆ ਤਾਂ ਉਹਦੇ ਵਿੱਚ ਅਲੱਗ-ਅਲੱਗ ਛੋਟੇ-ਛੋਟੇ ਡਿਪਾਰਟਮੈਂਟ ਹੁੰਦੇ ਨੇ, ਜਿੱਦਾਂ ਕੌਫੀ ਸ਼ਾਪ ਹੋ ਗਿਆ, ਜਿੱਦਾਂ ਬਾਰ ਹੋ ਗਿਆ, ਇਹ ਵੀ ਅਸੀਂ ਪੜ੍ਹ ਲਿਆ। ਸੋ ਉਹ ਸਾਰਿਆਂ 'ਚ ਵਰਕ ਕਰਨ ਲਈ ਸਾਨੂੰ ਕੁਝ ਬੇਸਿਕ ਐਟੀਕੇਟਸ ਚਾਹੀਦੇ ਨੇ, ਜਿਨ੍ਹਾਂ 'ਚੋਂ ਅਸੀਂ ਕੁਝ ਗੱਲ ਕਰ ਚੁੱਕੇ ਹਾਂ ਕਿ ਇਹ ਵਾਲੇ ਬੇਸਿਕ ਐਟੀਕੇਟਸ, ਜਿਨ੍ਹਾਂ 'ਚੋਂ ਯੂਨੀਫਾਰਮ ਜਿਵੇਂ ਅਸੀਂ ਖਿਆਲ ਰੱਖਣਾ ਹੈ, ਜਵੈਲਰੀ ਜਿਹੜੀ ਅਸੀਂ ਪਾਣੀ ਉਹਦਾ ਖਿਆਲ ਰੱਖਣਾ ਹੈ, ਬੋਡੀ ਦਾ ਕਲੀਨਿੰਗ ਕਿਸ ਤਰੀਕੇ ਨਾਲ ਰੱਖਣੀ ਇਹਦਾ ਖਿਆਲ ਰੱਖਣਾ ਹੈ, ਪੋਸਚਰ ਜਿਹੜਾ ਹੈ ਬੋਡੀ ਦਾ ਉਹਦਾ ਖਿਆਲ ਰੱਖਣਾ ਹੈ। ਉਸ ਤੋਂ ਬਾਅਦ ਅਸੀਂ ਬਰੀਫਿੰਗ ਦੇ ਉੱਤੇ ਵੀ ਗੱਲ ਕੀਤੀ ਕਿ ਬਰੀਫਿੰਗ ਕੀ ਹੁੰਦਾ ਹੈ। ਬਰੀਫਿੰਗ ਕਿ ਅਸੀਂ ਕਿਸ ਤਰੀਕੇ ਨਾਲ ਬਰੀਫ ਕਰੀਦਾ ਹੈ, ਕੀ ਕੰਮ ਕਿਸ ਤਰ੍ਹਾਂ ਕਰਨਾ ਪਹਿਲਾਂ ਹੀ ਦੱਸ ਦੇਣਾ। ਉਸ ਤੋਂ ਬਾਅਦ ਇਹ ਪੜ੍ਹਿਆ ਕਿ ਸਰਵਿਸ ਜਿਹੜੀ ਅਸੀਂ ਜਿਸ ਤਰ੍ਹਾਂ ਫੂਡ ਲੈ ਕੇ ਜਾਣਾ ਜਾਂ ਕੁਝ ਵੀ ਕਰਨਾ, ਉਹਦੀ ਸਰਵਿਸ ਕਿੱਦਾਂ ਪ੍ਰੋਵਾਈਡ ਕਰਨੀ ਗੈਸਟ ਨੂੰ। ਸੀਕੁਐਂਸ ਆਫ ਸਰਵਿਸ ਕਿਸ ਤਰ੍ਹਾਂ ਪਹਿਲਾਂ ਉਹਨੂੰ ਨਮਸਤੇ ਕਰਨਾ ਜਾਂ ਉਸ ਤੋਂ ਬਾਅਦ ਸਭ ਤੋਂ ਲਾਸਟ ਵਿੱਚ ਬਿੱਲ ਦੀ ਪ੍ਰੈਜੈਂਟੇਸ਼ਨ ਕਰਨੀ। ਉਸ ਤੋਂ ਬਾਅਦ ਅਸੀਂ ਪੜ੍ਹਿਆ ਹੈ ਕਿ ਕਮਿਊਨੀਕੇਸ਼ਨ ਮਤਲਬ ਉਹਦੇ ਨਾਲ ਜਿਹੜੀ ਗੱਲਬਾਤ ਹੈ, ਤੁਹਾਡੀ ਭਾਸ਼ਾ ਜਾਂ ਫਿਰ ਤੁਹਾਡਾ ਤਰੀਕਾ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਸਰਵਿਸ ਕਰੋ। ਉਸ ਤੋਂ ਬਾਅਦ ਬਿੱਲ ਪ੍ਰੈਜੈਂਟੇਸ਼ਨ, ਜਿਸ ਤਰ੍ਹਾਂ ਅਸੀਂ ਪੜ੍ਹੇ ਨਾ ਸੀਕੁਐਂਸ ਵਿੱਚ, ਉਹਦੇ ਵਿੱਚ ਲਾਸਟ ਵਿੱਚ ਸੀਗਾ ਬਿੱਲ ਪ੍ਰੈਜੈਂਟੇਸ਼ਨ। ਬਿੱਲ ਦੀ ਪ੍ਰੈਜੈਂਟੇਸ਼ਨ ਅਸੀਂ ਕਿਸ ਤਰ੍ਹਾਂ ਕਰਨੀ ਹੈ। ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਥਿੰਗ that how you need to present the bill. What is job card is again a topic in your unit that is called etiquette and hospitable conduct. ਜੋਬ ਕਾਰਡ, ਸੋ ਇਹ ਜੋਬ ਕਾਰਡ ਹੈ ਤੁਹਾਡਾ। ਕਿ ਵਟ ਇਜ਼ ਜੋਬ ਕਾਰਡ, ਜਿਹਦੇ ਉੱਤੇ ਅਸੀਂ ਗੱਲ ਕਰ ਲਈ। ਐਂਡ ਇੰਟਰ ਡਿਪਾਰਟਮੈਂਟ ਰਿਲੇਸ਼ਨਸ਼ਿਪ ਔਰ ਕੋਆਰਡੀਨੇਸ਼ਨ, ਇਹ ਵੀ ਅਸੀਂ ਪੜ੍ਹ ਲਿਆ ਕਿ F&B ਦਾ ਬਾਕੀਆਂ ਦੇ ਨਾਲ ਕੋਆਰਡੀਨੇਟ ਕਿੱਦਾਂ ਹੁੰਦਾ ਹੈ। ਸੋ ਹੇਅਰ ਵੀ ਫਿਨਿਸ਼ਡ ਆਰ ਯੂਨਿਟ 2। ਅਸੀਂ ਮਿਲਦੇ ਹਾਂ ਯੂਨਿਟ 4 ਦੇ ਨਾਲ ਤੁਹਾਨੂੰ ਜਲਦ ਹੀ, ਠੀਕ ਹੈ। ਦਿਲ ਲਗਾ ਕੇ ਪੜ੍ਹਨਾ, ਠੀਕ ਹੈ। ਔਰ ਆਪਣਾ ਜਿਹੜਾ ਹੈ ਅਗਰ ਕੋਈ ਵਰਡਸ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਤੁਸੀਂ ਯੂ ਕੈਨ ਕੰਟੈਕਟ ਮੀ ਐਟ ਦਿਸ ਨੰਬਰ ਔਰ ਯੂ ਕੈਨ ਮੇਲ ਮੀ, ਯੂ ਕੈਨ ਕੈਚ ਮੀ ਐਟ ਫੇਸਬੁੱਕ ਵਿਦ ਦ ਨੇਮ ਆਫ ਸੁਰਿੰਦਰ ਸਿੰਘ ਔਰ ਇੰਸਟਾਗ੍ਰਾਮ ਔਰ ਟਵਿੱਟਰ ਔਰ ਐਟ ਐਨੀ ਪਲੇਸ। ਤੁਸੀਂ ਮੈਨੂੰ ਸੁਰਿੰਦਰ ਸਿੰਘ ਦੇ ਨਾਮ 'ਤੇ ਮੈਸੇਜ ਕਰ ਸਕਦੇ ਹੋ, ਕੋਈ ਵੀ ਤੁਹਾਡਾ ਕੁਐਸਚਨ ਹੈਗਾ। ਔਰ ਮੈਨੂੰ ਵਟਸਐਪ ਵੀ ਕਰ ਸਕਦੇ ਹੋ। ਵਟਸਐਪ ਮੇਰਾ ਦੂਸਰੇ ਨੰਬਰ 'ਤੇ 8054188260 8054188260, ਠੀਕ ਹੈ। ਇਹ ਸਾਰਿਆਂ 'ਤੇ ਹੀ ਅਗਰ ਤੁਹਾਡੀ ਕੋਈ ਕੁਆਰੀ ਹੈ ਤਾਂ ਤੁਸੀਂ ਜ਼ਰੂਰ ਮੈਨੂੰ ਮੈਸੇਜ ਕਰ ਸਕਦੇ ਹੋ ਔਰ ਮੈਨੂੰ ਉਹ ਕੁਐਸਚਨ ਪੁੱਛ ਸਕਦੇ ਹੋ ਇਸ ਯੂਨਿਟ ਦੇ ਰਿਲੇਟਿਡ। ਔਰ ਮੇਰੀ ਐਡਵਾਈਸ ਹੈ ਕਿ ਅਗਰ ਤੁਹਾਨੂੰ ਕਮਿਊਨੀਕੇਸ਼ਨ 'ਚ ਕੋਈ ਪ੍ਰੋਬਲਮ ਆਉਂਦੀ ਹੈ ਕਿ ਤੁਹਾਨੂੰ ਇਹ ਨਵੇਂ ਵਰਡ ਲੱਗਦੇ, ਸੀਕੁਐਂਸ, ਸਰਵਿਸ, ਇਹ ਸਾਰੇ ਹੀ, ਤਾਂ ਘਬਰਾਉਣਾ ਨਹੀਂ ਹੈ। ਉਸ ਨੂੰ ਬਾਰ-ਬਾਰ ਰਿਪੀਟ ਕਰਨਾ, ਕਿਉਂਕਿ ਮੈਂ ਲੈਕਚਰ ਦੀ ਸ਼ੁਰੂਆਤ ਇੱਥੋਂ ਕੀਤੀ ਸੀ ਕਿ ਰਿਪੀਟ ਐਕਸਪੋਜ਼ਰ ਜਿੰਦਾ ਹੁੰਦਾ ਹੈ, ਰਿਪੀਟ ਐਕਸਪੋਜ਼ਰ ਇਜ਼ ਵੈਰੀ ਇੰਪੋਰਟੈਂਟ। ਉਹ ਤੁਸੀਂ ਬਾਰ-ਬਾਰ ਰਿਪੀਟ ਕਰਨਾ ਤਾਂ ਜੋ ਤੁਹਾਨੂੰ ਉਹ ਸਮਝ ਆ ਜਾਏ। ਥੈਂਕ ਯੂ ਸੋ ਮਚ। ਮਿਲਾਂਗੇ ਫਿਰ ਨੈਕਸਟ ਲੈਕਚਰ ਦੇ ਵਿੱਚ।